ਜੋ ਲਖੀਮਪੁਰ ਖੀਰੀ ਦੇ ਵਿੱਚ ਹੋਇਆ ਉਸ ਨੂੰ ਕਿਵੇਂ ਦੇਖਦੇ ਹੋ? ਉਸ ਨੂੰ ਬੀਜੇਪੀ ਦੀ ਬੁਖਲਾਹਟ ਸਮਝੀਏ ਜਾਂ ਹੰਕਾਰ ਸਮਝੀਏ? ਬੀਜੇਪੀ ਸੰਵਿਧਾਨ ਦੀਆਂ ਗੱਲਾਂ ਕਰਦੀ ਹੈ। ਸੰਵਿਧਾਨ ਦੇ ਵਿੱਚ ਲਿਖਿਆ ਗਿਆ ਕਿ ਹਰ ਕਿਸੇ ਨੂੰ ਹੱਕ ਹੈ ਆਪਦੇ ਹੱਕਾਂ ਦੇ ਲਈ ਸ਼ਾਂਤੀਮਈ ਪ੍ਰੋਟੈਸਟ ਕਰਨਾ। ਸ਼ਰੇਆਮ ਦਰੜਿਆ ਜਾਂਦਾ, ਦੱਬਿਆ ਜਾਂਦਾ। ਤੁਸੀਂ ਉਹਨਾਂ ਕਿਸਾਨਾਂ ਨੂੰ ਸ਼ਹੀਦ ਕਿਉਂ ਨਹੀਂ ਮੰਨਦੇ? ਉਹ ਮਤਲਬ ਕੀ ਹੈ ਕਿ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਇਹਨਾਂ ਨੂੰ ਪੀੜ ਹੈ ਸਾਰਿਆਂ ਨੂੰ। ਬੀਜੇਪੀ ਦੇ ਲੀਡਰ ਅਕਸਰ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਕਿ ਕਿਸਾਨ ਅੱਤਵਾਦੀ ਨੇ, ਉੱਥੇ ਬਾਰਡਰਾਂ ਦੇ ਉੱਤੇ ਅੱਤਵਾਦੀ ਬੈਠੇ ਨੇ। ਉੱਥੇ ਕਿੰਨੇ ਕਦੇ ਹੱਥਾਂ ਦੇ ਵਿੱਚ AK-47 ਆ ਜਾਂ ਰਫਲਾਂ ਫੜੀਆਂ ਹੋਈਆਂ। ਦਿੱਲੀ ਦੇ ਪੁਲਿਸ ਦੇ ਜਥੇਬੰਦੀਆਂ ਬੈਠੀਆਂ ਔਰ ਬੰਦੇ ਲਿਜਾ ਕੇ ਬੈਠੇ ਨੇ ਜਿਹੜੇ ਮੋਦੀ ਵਿਰੋਧੀ ਬੈਠੇ ਨੇ। ਮੋਦੀ ਵਿਰੋਧੀ ਕਿਸਾਨ ਨਹੀਂ। ਮੋਦੀ ਵਿਰੋਧੀ ਜਾਨੀ ਸਾਹਿਬ, ਮੋਦੀ ਵਿਰੋਧੀ ਕੁਛ ਬੰਦੇ ਹੁੰਦੇ ਜੇ ਲੱਖਾਂ ਕਿਸਾਨ ਉੱਥੇ ਬੈਠੇ ਨੇ, ਸਾਰੇ ਵਿਰੋਧੀ ਥੋੜ੍ਹਾ ਹੋ ਗਿਆ। ਅੱਤਵਾਦੀ ਕਿਹੜੀ ਗੱਲੋਂ ਕਰਾਰ ਦਿੱਤਾ ਜਾ ਰਿਹਾ? ਕਿੰਨੇ ਕੁ ਉਹਨਾਂ ਨੇ ਬੰਦੇ ਮਾਰਤੇ ਉੱਥੇ? ਹੁਣ ਅਸੀਂ ਤਾਂ ਮੈਂ ਤਾਂ ਦੱਸ ਸਰਸਲ 'ਚ ਬੋਲਣਾ ਹੀ ਨਹੀਂ ਚਾਹੁੰਦਾ। ਸਾਡੇ ਕੀ ਹੈ ਕਿ ਉਹ ਲੋਕਾਂ ਨੇ ਸਾਡੀ ਗੱਲ ਨਹੀਂ ਸੁਣਨੀ ਵੀ ਜਾਣੀ ਨੇ ਕੀ ਕਿਹਾ। ਸਾਡੇ ਬੀਜੇਪੀ ਤੋਂ ਮੋਦੀ ਤੋਂ ਲੋਕਾਂ ਨੂੰ ਖੋਪਿਆ ਹੋ ਗਿਆ, ਨਫ਼ਰਤ ਕਰਦੇ ਲੋਕ। ਹਰਿਆਣੇ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ, ਜੋ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ, ਜੋ ਕਰਨਾਲ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ, ਉਸ ਨੂੰ ਦੇਖਦੇ ਮੋਦੀ ਸਾਹਿਬ ਅਮਰੀਕਾ ਗਏ ਨੇ, ਉੱਥੇ ਵੀ ਉਹਨਾਂ ਦਾ ਵਿਰੋਧ ਹੋਇਆ। ਅਸੀਂ ਉਹਨਾਂ ਨੂੰ ਕਹਿੰਦੇ ਗੁੰਡੇ, ਇਹ ਕਹਿੰਦੇ ਜੀ ਕਿਸਾਨਾਂ ਨੂੰ ਗੁੰਡੇ ਕਹਿੰਦੇ। ਯਾਦ ਆ ਰਾਜੇਵਾਲ ਸਾਹਿਬ, ਦਰਸ਼ਨਪਾਲ ਕਹਿ ਦੇਣ ਕਿ ਵੀ ਇਹ ਸਾਡੇ ਬੰਦੇ ਹੈ, ਇਹਨਾਂ ਨੂੰ ਅਸੀਂ ਇਜਾਜ਼ਤ ਦਿੱਤੀ ਹੋਈ ਹੈ, ਫਿਰ ਅਸੀਂ ਉਹਨਾਂ ਨੂੰ ਕਿਸਾਨ ਕਹਿ ਦਾਂਗੇ। ਮਨੋਹਰ ਲਾਲ ਖੱਟੜ ਸਾਹਿਬ ਬਿਆਨ ਦਿੰਦੇ ਨੇ ਕਿ 700-800 ਬੰਦੇ ਖੜੇ ਕਰੋ, बराबर ठोको। अपने किसानों के 500-700 हज़ार लोग आप लोग अपने खड़े करो, उनको वॉलंटियर बनाओ और फिर जगह जगह सठे साठम समाचारे जैसे को तैसा ठालो ठंडे। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਜ਼ਿੰਦਾਬਾਦ ਚੈਨਲ ਤੇ। ਮੈਂ ਸਿਮਰਜੀਤ ਸਦਾਣਾ। ਅਸੀਂ ਮੌਜੂਦ ਹਾਂ ਹਲਕਾ ਫਾਜ਼ਿਲਕਾ ਦੇ ਵਿੱਚ। ਗੱਲਬਾਤ ਕਰਾਂਗੇ ਪੰਜਾਬ ਦੇ ਸਿਆਸੀ ਸਮੀਕਰਨਾਂ ਬਾਰੇ। ਬੀਤੇ ਕੁਝ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਹੈ, ਪੰਜਾਬ ਦੀ ਸਿਆਸਤ ਦੇ ਵਿੱਚ ਬੜੀ ਉਥਲ-ਪੁਥਲ ਮੱਚੀ ਹੋਈ ਹੈ। ਖਾਸ ਕਰਕੇ ਗੱਲਬਾਤ ਕਰਾਂਗੇ ਜੋ ਲਖੀਮਪੁਰ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ, ਬੜਾ ਦਰਦਨਾਕ ਹੋਇਆ, ਬੜੀ ਨਿੰਦਣਯੋਗ ਘਟਨਾ ਹੋਈ ਹੈ। ਇਹ ਸਾਰੇ ਸਮੀਕਰਨਾਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਬਕਾ ਕੈਬਨਿਟ ਮੰਤਰੀ ਬੀਜੇਪੀ ਸੁਰਜੀਤ ਕੁਮਾਰ ਜੈਣੀ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਜੈਣੀ ਸਾਹਿਬ, ਸਭ ਤੋਂ ਪਹਿਲਾ ਸਵਾਲ ਹੈ ਕਿ ਜੋ ਲਖੀਮਪੁਰ ਖੀਰੀ ਦੇ ਵਿੱਚ ਹੋਇਆ ਉਸ ਨੂੰ ਕਿਵੇਂ ਦੇਖਦੇ ਹੋ? ਉਸ ਨੂੰ ਬੀਜੇਪੀ ਦੀ ਬੁਖਲਾਹਟ ਸਮਝੀਏ ਜਾਂ ਹੰਕਾਰ ਸਮਝੀਏ? ਦੇਖੋ, ਨਾ ਤਾਂ ਬੀਜੇਪੀ ਦੀ ਬੁਖਲਾਹਟ ਹੈ ਤੇ ਨਾ ਬੀਜੇਪੀ ਦਾ ਹੰਕਾਰ ਹੈ। ਇਹਦੇ ਵਿੱਚ ਇਹ ਜੀ ਕੋਈ ਚੀਜ਼ ਵੈਸੇ ਬਣਾਈ ਜਾ ਰਹੀ ਹੈ, ਪਰ ਇਹ ਜੀ ਕੋਈ ਗੱਲ ਨਹੀਂ ਹੈਗੀ। ਪਰ ਜੋ ਹੋਇਆ ਉਹ ਮਾੜਾ ਹੋਇਆ, ਨਿੰਦਣਯੋਗ ਹੋਇਆ। ਇਹ ਜੀ ਘਟਨਾ ਨਹੀਂ ਹੋਣੀ ਚਾਹੀਦੀ ਹੈ। ਜਿਹੜੀਆਂ ਕੀਮਤੀ ਜਾਨਾਂ ਜਿਹੜੀ ਗਈ ਹੈ, 8 ਜਾਨਾਂ, ਉਹ ਬੜੀ ਉਹਨਾਂ ਦਾ ਜਿੰਨਾ ਦੁੱਖ ਪ੍ਰਗਟਾ ਕਰੀਏ ਉਹਨਾਂ ਥੋੜ੍ਹਾ ਹੈ। ਕਿਉਂ 8 ਘਰਾਂ ਦੇ ਚਿਰਾਗ ਜਿਹੜੇ ਆ ਬੁੱਝ ਚੁੱਕੇ ਹੈ। ਅਸਲੇ ਦੀ ਜਵਾਬਦੇਹੀ ਹੈ ਕਿਹਦੀ? ਗੁਨਾਹਗਾਰੀ ਹੈ ਕਿਹਦੀ? ਇਹ ਹੋਇਆ ਕਿਉਂ? ਤੇ ਸਾਰੀ ਚੀਜ਼ਾਂ ਤੇ ਘੋਗ ਕਰਨ ਦੀ ਲੋੜ ਹੈ, ਰਾਜਨੀਤੀ ਕਰਨ ਦੀ ਲੋੜ ਨਹੀਂ ਹੈ। ਘੋਗ ਕਰੀਏ ਤਾਂ ਚੀਜ਼ ਸਾਹਮਣੇ ਆਉਂਦੀ ਹੈ, ਰਾਜਨੀਤੀ ਕਰੀਏ ਤਾਂ ਫਿਰ ਬੜੇ ਪਰਦੇ ਪਾਏ ਜਾਂਦੇ ਆ ਆਪਣੀ ਰਾਜਨੀਤੀ ਰੋਟੀਆਂ ਸੇਕਣ ਵਾਸਤੇ। 22 ਨੂੰ ਚੁਣਾਵ ਹੈ ਯੂਪੀ ਦੇ ਵਿੱਚ। ਹਰੇਕ ਬੰਦੇ ਦੀ ਇੱਛਾ ਹੈ ਕਿ ਵੋਟਾਂ ਮਿਲ ਜਾਣ, ਪਰ ਦੁਨੀਆ ਪਬਲਿਕ ਜਿਹੜੀ ਹੈ ਸਾਰੀ ਗੱਲ ਜਾਣਦੀ ਹੈਗੀ। ਹੋਇਆ ਕੀ ਨਾ ਹੋਇਆ, ਉਹਦੇ ਵਿੱਚ ਇੱਕ ਸਿੱਟ ਬਣ ਕੇ ਔਰ ਉਹਦੇ ਵਿੱਚ ਸੁਪਰੀਮ ਕੋਰਟ ਵੀ ਸੰਗਿਆਨ ਜਿਹੜੀ ਲੈ ਰਹੀ ਹੈ। ਜਦੋਂ ਸੁਪਰੀਮ ਕੋਰਟ ਸੰਗਿਆਨ ਲੈ ਰਹੀ ਹੈ, ਸਿੱਟ ਬਣੀ ਹੋਈ ਹੈ, ਉਹਦੀ ਇਨਕੁਆਇਰੀ ਹੋਣੀ ਹੈ, ਉਸ ਤੋਂ ਪਹਿਲਾਂ ਕੋਈ ਗੱਲ ਕਰਨਾ ਮੈਨੂੰ ਤਾਂ ਨਹੀਂ ਲੱਗਦਾ ਕੋਈ ਉਚਿਤ ਹੈ। ਉਸ ਤੋਂ ਪਹਿਲਾਂ ਤਾਂ ਨਿੰਦਾ ਕਰਨਾ ਹੀ ਹੈ ਵੀ ਮਾੜੀ ਹੋਈ ਹੈ, ਔਰ ਇਹਦੇ ਵਿੱਚ ਰਾਜਨੀਤੀ ਨਾ ਕੀਤੀ ਜਾਏ ਔਰ ਇਨਸਾਫ ਜਿਹੜਾ ਹੈ ਉਹ ਮਿਲਣਾ ਚਾਹੀਦਾ ਹੈ। 8 ਜਾਨਾਂ ਗਈਆਂ, ਕਿਵੇਂ ਗਈਆਂ ਕਿਵੇਂ ਨਹੀਂ ਗਈਆਂ, ਅਸੀਂ ਤਾਂ ਆਪ ਹੀ ਤਾਂ ਜੱਜ ਬਣ ਜਾਂਦੇ ਹਾਂ, ਆਪ ਹੀ ਫੈਸਲਾ ਦਿੰਦੇ ਹਾਂ, ਆਪ ਦਾ ਪ੍ਰਸ਼ਨ ਆਪ ਹੀ ਉੱਤਰ ਦਿੰਦੇ ਹਾਂ। ਉੱਥੇ ਉਹ ਸੀਗਾ, ਉੱਥੇ ਉਹ ਨਹੀਂ ਸੀਗਾ, ਅਸੀਂ ਕੋਈ ਮੌਕੇ 'ਤੇ ਨਾ ਕੋਈ ਨਹੀਂ ਸੀਗਾ। ਠੀਕ ਹੈ, ਉਹ ਗੱਲ ਛੁਪੀ ਨਹੀਂ ਰਹਿੰਦੀ। ਮੈਚ ਸੀਗਾ, ਮਤਲਬ ਉੱਥੇ ਕੁਸ਼ਤੀਆਂ ਦਾ ਦੰਗਲ ਸੀਗਾ, ਦਿਨ ਦਾ ਵੇਲਾ ਸੀਗਾ, ਕੌਣ ਕਿੱਥੇ ਸੀ ਕੌਣ ਨਹੀਂ, ਸਾਰੀ ਚੀਜ਼ ਸਾਹਮਣੇ ਆ ਜਾਣੀ ਹੈ। ਨਾ ਮੇਰੇ ਕਹਿਣ ਦੀ ਲੋੜ, ਨਾ ਕਿਸੇ ਹੋਰ ਦੀ ਕਹਿਣ ਦੀ ਲੋੜ। ਸਾਨੂੰ ਇੱਕੋ ਹੀ ਗੱਲ ਕਹਿਣ ਦੀ ਲੋੜ ਹੈ ਕਿ ਨਿਰਪੱਖ ਜਾਂਚ ਹੋਵੇ, ਗੁਨਾਹਗਾਰਾਂ ਨੂੰ ਸਜ਼ਾ ਮਿਲੇ। ਇਹ ਜੀ ਗੱਲ ਅੱਗੇ ਵਾਸਤੇ ਨਾ ਹੋਵੇ। ਜੈਣੀ ਸਾਹਿਬ,
ਅਕਸਰ ਤੁਸੀਂ ਵੀ ਸੰਵਿਧਾਨ ਦੀਆਂ ਗੱਲਾਂ ਕਰਦੇ ਹੋ, ਬੀਜੇਪੀ ਸੰਵਿਧਾਨ ਦੀਆਂ ਗੱਲਾਂ ਕਰਦੀ ਹੈ। ਸੰਵਿਧਾਨ ਦੇ ਵਿੱਚ ਲਿਖਿਆ ਗਿਆ ਕਿ ਹਰ ਕਿਸੇ ਨੂੰ ਹੱਕ ਹੈ ਆਪਦੇ ਹੱਕਾਂ ਦੇ ਲਈ ਸ਼ਾਂਤੀਮਈ ਪ੍ਰੋਟੈਸਟ ਕਰਨਾ। ਹਰ ਕੋਈ ਪ੍ਰੋਟੈਸਟ ਕਰ ਸਕਦਾ, ਪਰ ਜਦੋਂ ਇਹ ਜ਼ਿਆਦਤੀ ਹੁੰਦੀ ਹੈ, ਇਸ ਤਰ੍ਹਾਂ ਦੀ ਸ਼ਰੇਆਮ ਦਰੜਿਆ ਜਾਂਦਾ, ਦੱਬਿਆ ਜਾਂਦਾ। ਸਾਲ ਦੇ ਪਲੱਸ ਹੋਣ ਵਾਲਾ ਦਿੱਲੀ ਦੀਆਂ ਬਰੂਹਾਂ ਦੇ ਕਿਸਾਨ ਡਟੇ ਹੋਏ ਆ। ਤੁਸੀਂ ਉਹਨਾਂ ਕਿਸਾਨਾਂ ਨੂੰ ਸ਼ਹੀਦ ਕਿਉਂ ਨਹੀਂ ਮੰਨਦੇ? ਜਾਂ ਸੰਵਿਧਾਨ ਦੇ ਵਿੱਚ ਲਿਖਿਆ ਕਿ ਹਰ ਕੋਈ ਪ੍ਰੋਟੈਸਟ ਕਰ ਸਕਦਾ, ਪਰ ਪ੍ਰੋਟੈਸਟ ਕਰਦਾ ਉੱਤੇ ਇਸ ਤਰ੍ਹਾਂ ਕਾਰਵਾਈ ਹੋਣੀਆਂ, ਇਸ ਨੂੰ ਕਿੰਨੀ ਕੁ ਵਾਜਬ ਗੱਲ ਮੰਨਦੇ ਹੋ? ਪਹਿਲੀ ਗੱਲ ਹੈ ਸ਼ਾਂਤੀਪੁਰ ਕੀ ਚੀਜ਼ ਹੈ, ਮੈਨੂੰ ਦੱਸੋ ਕੀ ਹੈ ਸ਼ਾਂਤੀਪੁਰ ਦੇ ਵਿੱਚ? ਇੱਕ ਦੇਸ਼ ਦੇ ਨੇਤਾ ਨੇ ਜਾਣਾ ਹੈ, ਉੱਥੇ ਮੈਚ ਖੇਡਿਆ ਜਾ ਰਿਹਾ ਹੈ, ਉੱਥੇ ਉਦਘਾਟਨ ਕਰਨਾ ਹੈ, ਹੈਲੀਕੈਪੈਡ ਨੂੰ ਘੇਰਨਾ, ਹੈਲੀਕੈਪੈਡ ਨੂੰ ਮਤਲਬ ਤੋੜ ਦੇਣਾ, ਅਪਸ਼ਬਦ ਬੋਲੇ ਜਾਣਾ, ਡਾਂਗਾ, ਯਾਰ ਸੁਣੋ, ਡਾਂਗਾ ਤਲਵਾਰਾਂ ਔਰ ਇਹ ਜੀ ਚੀਜ਼ਾਂ ਹੋਣੀਆਂ। ਹਰਿਆਣੇ 'ਚ ਵੀ ਹੋਇਆ, ਜਿਹੜਾ ਕੋਈ ਲੀਡਰ ਜਿਹੜਾ ਹੈ ਬੀਜੇਪੀ ਦਾ ਕਿਸੇ ਸ਼ਾਦੀ 'ਤੇ ਚਲੇ ਜਾਵੇ, ਕਿਸੇ ਉੱਥੇ ਘੇਰਾ ਪਾ ਲੈਣਾ, ਉਹ ਵਿਆਹ ਖਰਾਬ ਕਰ ਦੇਣਾ, ਉਹ ਮਰਗ ਖਰਾਬ ਕਰ ਦੇਣਾ। ਕੀ ਸ਼ਾਂਤੀਪੁਰ ਦੇ ਵਿੱਚ ਕਿਹਨੇ ਰਾਈਟ ਦਿੱਤਾ ਹੈ ਇਹਨਾਂ ਗੱਲਾਂ ਦਾ? ਔਰ ਅੱਜ 1 ਸਾਲ ਤੋਂ ਜਿਹੜੀ ਸੜਕਾਂ ਰੋਕੀ ਪਈਆਂ, ਕਿੰਨੇ ਲੋਕ ਪਰੇਸ਼ਾਨ ਹੋ ਰਹੇ ਨੇ। ਔਰ ਉੱਥੇ ਆਪਾਂ ਦੇਖਿਆ ਅਕਾਲੀ ਜਿਹੜੇ ਗਏ ਸੀਗੇ ਉੱਥੇ ਦਿੱਲੀ ਜਿਹੜਾ ਪਾਰਲੀਮੈਂਟ ਘੇਰਨ ਵਾਸਤੇ, ਕਿਸ ਤਰ੍ਹਾਂ ਦਾੜੀ ਪੁੱਟੀ ਗਈਆਂ, ਕਿਸ ਤਰ੍ਹਾਂ ਜਨਾਨੀਆਂ ਨੂੰ ਗਾਲਾਂ ਕੱਢੀ ਗਈਆਂ, ਕਿਸ ਤਰ੍ਹਾਂ ਉੱਥੇ ਮਾਰਾ ਕੁੱਟਾ ਹੱਤਾ ਪਾਈ ਹੋਈ। ਬਿੱਟੂ ਜਿਹੜਾ MP ਸੀਗਾ ਉੱਥੇ ਗਿਆ, ਉਹਦੇ ਨਾਲ ਹੱਤਾ ਪਾਈ ਹੋਈ। ਜੀਰਾ MLA ਉਹਦੇ ਨਾਲ ਹੋਈ। ਭਾਰਤੀ ਜਨਤਾ ਪਾਰਟੀ ਦੇ MLA ਦੇ ਕੱਪੜੇ ਪਾੜ ਦਿੱਤੇ ਗਏ। ਹਰਜੀਤ ਸਿੰਘ ਗਰੇਵਾਲ ਦੀ ਫਸਲ ਵਾਹ ਦਿੱਤੀ ਗਈ, ਅਪਸ਼ਬਦ ਬੋਲੇ ਗਏ। ਇਹ ਸ਼ਾਂਤੀਪੁਰ ਹੈ? ਕੀ ਇਹਨੂੰ ਕੌਣ ਸਰਟੀਫਿਕੇਟ ਦੇ ਰਿਹਾ ਦਾ ਸ਼ਾਂਤੀਪੁਰ ਦਾ? ਸ਼ਾਂਤੀਪੁਰ ਕਰਦਾ ਵੇ ਕਰੇ, ਕੋਈ ਕਿਸੇ ਨੂੰ ਨਹੀਂ ਰੋਕਦਾ। ਪਰ ਇਸ ਤਰ੍ਹਾਂ ਦੀ ਗੱਲਾਂ ਨੂੰ ਤੁਸੀਂ ਕੀ ਕਹੋਗੇ? ਹੁਣ ਅਸੀਂ ਤਾਂ ਮੈਂ ਤਾਂ ਦਰਅਸਲ 'ਚ ਬੋਲਣਾ ਹੀ ਨਹੀਂ ਚਾਹੁੰਦਾ। ਸਾਡੇ ਕੀ ਹੈ ਕਿ ਲੋਕਾਂ ਨੇ ਸਾਡੀ ਗੱਲ ਨਹੀਂ ਸੁਣਨੀ। ਵਿਗਿਆਨੀ ਨੇ ਕੀ ਕਿਹਾ? ਸਾਡੇ BJP ਤੋਂ, ਮੋਦੀ ਤੋਂ ਲੋਕਾਂ ਨੂੰ ਖੋਪਿਆ ਹੋ ਗਿਆ, ਨਫ਼ਰਤ ਕਰਦੇ ਲੋਕ, ਕੁਛ ਲੋਕ, ਸਾਰੇ ਨਹੀਂ, ਕੁਛ ਲੋਕ ਜਿਹੜੇ ਸਵਾਰਥੀ ਲੋਕ ਨੇ। ਔਰ ਅਕਸਰ ਕੀ ਹੈ ਕਿ ਸਾਰੀ ਚੀਜ਼ ਨੂੰ ਆਇਨਾ ਅਗਰ ਦੇਖਣਗੇ ਤਾਂ ਪਤਾ ਲੱਗੂਗਾ। ਅਸੀਂ ਕਹਿੰਦੇ ਨੇ ਜੀ, ਉਹ ਕਹਿੰਦੇ ਜੀ ਇਹ ਮਾੜੇ ਬੋਲਦੇ ਆ BJP ਵਾਲੇ, ਮਤਲਬ ਗਲਤ ਬੋਲ ਕੇ ਭੜਕਾਉਣਾ ਚਾਹੁੰਦੇ। ਦੱਸੋ ਵੀ ਭਾਰਤੀ ਜਨਤਾ ਪਾਰਟੀ ਕਿਹੜੇ ਕੈਂਡੀਡੇਟ, ਕਿਹੜੇ ਮਤਲਬ ਹੈ ਲੀਡਰ ਨੇ ਗਲਤ ਕਹੀ ਹੈ? ਮੇਰਾ ਲੈ ਲਓ, ਮੇਰਾ ਬਾਰੇ ਵੀ ਕਹਿੰਦੇ ਕੀ ਗਲਤ ਕਿਹਾ ਸੀ? ਅਸੀਂ ਕਹਿੰਦੇ ਵੀ ਕਾਮਰੇਟ ਹੈ, ਇਹਦੇ ਵਿੱਚ ਕਾਮਰੇਟ ਹੈ। ਕੀ ਕਾਮਰੇਟ ਹੈ ਨਹੀਂ? ਕੀ ਕਾਮਰੇਟ ਨੂੰ ਕਾਮਰੇਟ ਕਹਿਣਾ ਗਾਲ ਹੈ? ਕਿਸੇ ਦੇ ਕੱਪੜੇ ਪਾੜ ਦੇਣਾ, ਕਿਸੇ ਨੂੰ ਨੰਗੇ ਪਾੜ ਦੇਣਾ, ਕਿਸੇ ਨੂੰ MP ਨੂੰ ਕੁੱਟ ਦੇਣਾ, ਕਿਸੇ MLA ਨੂੰ। ਕੱਲ੍ਹ ਪਰਸੋਂ MLA ਜਿਹੜਾ ਹੈ ਗੁਰਦੁਆਰੇ ਦੇ ਵਿੱਚ ਉੱਥੇ ਇੱਕ ਮਤਲਬ ਮੈਚ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਵੀ, ਉਹ ਆਪਦੀ ਜਾਨ ਭੱਜ ਕੇ ਜਾਨ ਬਚਾਈ ਉਹਨੇ ਆਪਦੀ, ਦੇ ਉੱਥੇ ਘੇਰਿਆ ਜਾਂਦਾ ਤਾਂ ਸ਼ਾਇਦ ਉਹਦਾ ਵੀ ਕੀ ਹਾਲ ਹੋਣਾ ਸੀਗਾ। ਔਰ ਫਸਲ ਵਾਹ ਦੇਣ, ਇਹਨਾਂ ਗੱਲ ਤੁਸੀਂ ਕੀ ਕਹੋਗੇ? ਅਸੀਂ ਉਹਨਾਂ ਨੂੰ ਕਹਿੰਦੇ ਗੁੰਡੇ, ਇਹ ਕਹਿੰਦੇ ਜੀ ਕਿਸਾਨਾਂ ਨੂੰ ਗੁੰਡੇ ਕਹਿੰਦੇ। ਜਾਂ ਤਾਂ ਰਾਜੇਵਾਲ ਸਾਹਿਬ, ਦਰਸ਼ਨਪਾਲ ਕਹਿ ਦੇਣ ਕਿ ਵੀ ਇਹ ਸਾਡੇ ਬੰਦੇ ਹੈ, ਇਹਨਾਂ ਨੂੰ ਅਸੀਂ ਇਜਾਜ਼ਤ ਦਿੱਤੀ ਹੋਈ ਹੈ, ਫਿਰ ਅਸੀਂ ਉਹਨਾਂ ਨੂੰ ਕਿਸਾਨ ਕਹਿ ਦਿਆਂਗੇ। ਉਹ ਕਹਿੰਦੇ ਸ਼ਾਂਤੀਪੂਰਵਕ ਅਸੀਂ ਕਰੀ ਜਾਂਦੇ ਹਾਂ, ਤੁਸੀਂ ਇਹਦੀ ਨਿੰਦਾ ਨਹੀਂ ਕਰਦੇ। ਅੱਜ ਇਹ ਕੁਛ ਨਿੰਦਾ ਕਰਕੇ ਦਿਖਾਣ, ਇਹ ਨਿੰਦਾ ਕਰਨ ਜੋਗੇ ਹੈ ਹੀ ਨਹੀਂ। ਔਰ ਨਾ ਹੀ ਕੋਈ ਕ੍ਰਿਸ਼ੀ ਦਾ, ਖੇਤੀਬਾੜੀ ਕਾਨੂੰਨਾਂ ਦਾ ਕੋਈ ਮਸਲਾ ਨਹੀਂ ਹੈ, ਇਹ ਰਾਜਨੀਤੀ ਮਸਲਾ ਹੈ। ਇਹਦੇ ਵਿੱਚ ਕੋਈ ਹੋਰ ਹੀ ਨਿਸ਼ਾਨੇ ਸਾਧੇ ਜਾ ਰਹੇ ਨੇ। ਕੀ ਹੈ ਕਾਨੂੰਨ ਕਾਲੇ? ਕੀ ਹੈ ਕਾਨੂੰਨ ਕਾਲੇ? 20 ਵਾਰੀ ਕਹਿੰਦਾ, ਦੱਸੋ ਕੀ ਹੈ ਕਾਨੂੰਨ? ਸਾਨੂੰ ਇੱਕ ਸੁਵਿਧਾ ਦਿੱਤੀ ਹੈ, ਲੈਣੀ ਹੈ ਲਓ, ਨਾ ਲਓ। ਕੰਟੈਕਟ ਫਾਰਮਿੰਗ ਹੈ, ਤੁਸੀਂ ਕੰਟੈਕਟ ਫਾਰਮਿੰਗ ਕਰਨੀ ਹੈ ਕਰੋ, ਨਾ ਕਰੋ। ਜੇ ਉਸ ਕਾਨੂੰਨ ਦੇ ਵਿੱਚ ਲਿਖਿਆ ਹੋਵੇ ਨਾ ਵੀ ਜ਼ਰੂਰੀ ਕਰਨੀ ਹੈ, ਫਿਰ ਤਾਂ ਕਿ ਯਾਰ ਦੇਖੋ ਅਸੀਂ ਆਪ ਖੇਤੀ ਕਰ ਰਹੇ ਸੀ, ਸਰਕਾਰ ਨੇ ਦੇਖੋ ਜੀ ਕੀ ਕਾਨੂੰਨ ਲਿਆ, ਸਾਨੂੰ ਤਾਂ ਜ਼ਰੂਰੀ ਕਰਨੀ ਪਊਗੀ। ਤੁਹਾਡੀ ਮਰਜ਼ੀ ਹੈ, ਮਰਜ਼ੀ ਉੱਥੇ ਵੇਚੋ, ਉਹ ਤੁਹਾਡੀ ਮਰਜ਼ੀ ਹੈ। ਮੰਡੀ 'ਚ ਵੇਚੋ, ਤੁਹਾਡੀ ਮਰਜ਼ੀ ਹੈ। MSP ਦੀ ਗੱਲ ਕਰ ਰਹੇ ਹੋ, ਜਦੋਂ ਦਾ MSP ਲਾਗੂ ਤੁਹਾਨੂੰ ਮਿਲ ਰਹੀ ਹੈ। ਔਰ ਆਹ ਵੀ ਦੇਖ ਲਓ, ਕਾਂਗਰਸ ਦੇ ਰਾਜ ਦੇ ਵਿੱਚ ਔਰ ਭਾਰਤੀ ਰਾਜਨੀਤੀ 'ਚ ਅਟਲ ਬਿਹਾਰੀ ਵਾਜਪਾਈ ਰਾਜ ਕੀਤਾ, 6 ਸਾਲ ਕੀਤਾ, ਮਤਲਬ ਇਹਨਾਂ ਨੇ ਕੀਤਾ ਮੋਦੀ ਸਾਹਿਬ ਨੇ। ਉਹ ਦੇਖੋ ਸਰੀ ਕਾਊਂਟ ਕਰਕੇ ਇਹਦੇ ਵਿੱਚ ਕਿੰਨੀ ਜਿਹੜੀ MSP ਰੇਟ ਵਧਿਆ, ਕਿੰਨੀ ਸੁੱਖ ਸੁਵਿਧਾ ਦੇਸ਼ ਨੇ ਤਰੱਕੀ, ਉਹ ਕੋਈ ਨਹੀਂ ਦੇਖਦਾ। ਔਰ ਇਸ ਤਰ੍ਹਾਂ ਦੀ ਮਿਨਾ ਵਜ੍ਹਾ, ਇਹ ਗੱਲ ਕੋਈ ਹੋਰ ਹੈ, ਇਹਦੇ ਵਿੱਚ ਉਹ ਨਹੀਂ ਹੈ। ਇਹ ਕਿਸਾਨ ਜਥੇਬੰਦੀਆਂ ਕੰਪਰੋਮਾਈਜ਼ਨ ਚਾਹੁੰਦੀਆਂ ਹੀ ਨਹੀਂ। ਇਹ ਚਾਹੁੰਦੀਆਂ ਹੀ ਇਹ ਗੱਲ ਜਿਹੜੀ ਹੈਗੀ, ਇਹ ਵੀ ਦੰਗੇ ਭੜਕਣ, ਇਹ ਚਾਹੁੰਦੇ ਨੇ, ਇਸ ਤਰ੍ਹਾਂ ਚਾਹੁੰਦੇ ਨੇ। 26 ਜਨਵਰੀ ਦਾ ਮਸਲਾ ਸੀਗਾ, ਦੱਸੋ ਇਹਨਾਂ ਨੂੰ ਪੁੱਛਣ ਵਾਲਾ ਹੋਵੇ 26 ਜਨਵਰੀ ਤੁਸੀਂ ਉਸ ਦਿਨ ਤੁਹਾਨੂੰ ਪਰੇਡ ਕਰਨ ਦੀ ਕੀ ਲੋੜ ਸੀ? ਤੁਸੀਂ ਅਗਰ ਦੇਸ਼ ਪ੍ਰੇਮੀ ਹੋ, ਦੇਸ਼ ਹਿੱਤ ਵਿੱਚ ਤੁਹਾਡੀ ਹੋਵੇ ਤਾਂ ਉਸ ਦਿਨ ਸਾਡੇ ਵਾਸਤੇ ਬੜਾ ਮਹਾਨ ਹੈ। ਤੁਸੀਂ 27 ਨੂੰ ਕਰਲੋਠੇ ਨੂੰ ਰੋਕਦਾ। ਤੁਸੀਂ ਕਿੰਨੀ ਵਾਰੀ ਅਨਾਉਂਸ ਕੀਤਾ ਭਾਰਤੀ ਜਨਤਾ ਪਾਰਟੀ, ਔਰ ਦੋਸ਼ ਜਿਹੜਾ ਹੈ ਇਹ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਨੂੰ ਦਿੰਦੇ ਨੇ। ਅੱਜ ਤੱਕ ਉਹ ਇਹ ਨਹੀਂ ਕਿਹਾ, ਅੱਜ ਤੱਕ ਸਰਕਾਰ ਨੇ ਉਹ ਇਹ ਨਹੀਂ ਕਹੀ, ਅੱਜ ਤੱਕ ਕਿਤੇ ਸੋਟਾ ਨਹੀਂ ਚਲਾਇਆ ਸਰਕਾਰ ਨੇ, ਕਿਤੇ ਲਾਠੀ ਨਹੀਂ ਚਲਾਈ। ਠੀਕ ਹੈ, ਉੱਥੇ ਗੱਲ ਜਿਹੜੀ ਹੋਈ ਹੈ ਮਾੜੀ ਹੈ, ਅੱਛੀ ਨਹੀਂ ਹੋਈ ਹੈ। ਦੇਖੋ ਉਹਦੇ ਵਿੱਚ ਕੀ ਹੈ ਕਿ ਅਸੀਂ ਇਹੀ ਕਹਿੰਦੇ ਹਾਂ ਨਾ ਜੀ ਵੀ ਕਿਸਾਨੀ ਦਾ ਝੰਡੇ ਦੇ ਵਿੱਚ
ਕੁਝ ਸ਼ਰਾਰਤੀ ਅਨਸਰ ਬਦਮਾਸ਼ ਅਨਸਰ ਵਿੱਚ ਵੜ ਗਏ ਨੇ, ਉਹਨਾਂ ਦਾ ਕੁਝ ਨਹੀਂ ਵਿਗੜਨਾ। ਔਰ ਜਿਹੜੇ ਹੁਣ ਜੇ ਉਹ ਕੋਈ ਗੱਲ ਹੋਈ ਹੈ ਭੋਲੇ ਵਾਲੇ ਬੰਦਿਆਂ ਨਾਲ ਹੀ ਵਾਪਰਨੀ ਹੈ, ਜੋ ਵੀ ਵਾਪਰਨੀ ਹੈ। ਡੱਬੂ ਤਾਂ ਅੱਗ ਲਾਈ, ਡੱਬੂ ਕੰਧ ਤੇ, ਸ਼ਰਾਰਤੀ ਬੰਦੇ ਨੇ ਕਿਸੇ ਨਾ ਕਿਸੇ ਚੰਗਾਲੀ ਲਾਊਗਾ ਇਸ ਆੜ ਦੇ ਵਿੱਚ, ਤੇ ਮਾਰੇ ਕੁੱਟੇ ਸਾਡੇ ਵਰਗੇ ਸਿਰਫ ਜਿਹੜੇ ਬੰਦੇ ਵਿਚਾਰੇ ਉਹ ਜਾਣਗੇ। ਤਾਂ ਇਸ ਕਰਕੇ ਇਹਨਾਂ ਗੱਲਾਂ ਨੂੰ ਠੱਲ ਪਾਉਣੀ ਚਾਹੀਦੀ ਹੈ। ਉਹਦੇ ਵਾਸਤੇ ਕੋਈ ਅੱਛਾ ਨਹੀਂ ਕਹਿੰਦਾ ਵੀ ਇਹ ਅੱਛਾ ਨਹੀਂ ਹੈ। ਰਾਜਨੀਤੀ ਰੋਟੀਆਂ ਸੇਕੀ ਜਾ ਰਹੀ ਹੈ, ਇਹ ਗਲਤ ਹੈ, ਦੇਸ਼ ਵਾਸਤੇ ਗਲਤ ਹੈ, ਸੂਬੇ ਵਾਸਤੇ ਗਲਤ ਹੈ। ਜੈਨੀ ਸਾਹਿਬ, ਬੀਜੇਪੀ ਦੇ ਲੀਡਰ ਅਕਸਰ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਕਿ ਕਿਸਾਨ ਅੱਤਵਾਦੀ ਨੇ, ਉੱਥੇ ਬਾਰਡਰਾਂ ਦੇ ਉੱਤੇ ਅੱਤਵਾਦੀ ਬੈਠੇ ਨੇ, ਉੱਥੇ ਕਿੰਨੇ ਕਦੇ ਹੱਥਾਂ ਦੇ ਵਿੱਚ AK-47 ਆ ਜਾਂ ਰਫਲਾਂ ਫੜੀਆਂ ਹੋਈਆਂ, ਉਹਨਾਂ ਨੂੰ ਅੱਤਵਾਦੀ ਕਿਹੜੀ ਗੱਲੋਂ ਕਰਾਰ ਦਿੱਤਾ ਜਾ ਰਿਹਾ? ਕਿੰਨੇ ਕੁ ਉਹਨਾਂ ਨੇ ਬੰਦੇ ਮਾਰਤੇ ਉੱਥੇ? ਪਹਿਲਾਂ ਵੀ ਬਿਆਨਬਾਜ਼ੀਆਂ ਆਈਆਂ ਨੇ, ਬਹੁਤ ਬਿਆਨਬਾਜ਼ੀਆਂ ਨੇ। ਨਹੀਂ ਸਿਰਫ ਕਿੰਨੇ ਕਿਹਾ ਮੈਨੂੰ ਦੱਸੋ, ਪਰਟੀਕੂਲਰ ਨਾਂ ਲੈ ਕੇ। ਗਰੇਵਾਲ ਸਾਹਿਬ ਕਹਿੰਦੇ ਨੇ ਜੀ, ਕੀ ਕਿਹਾ ਗਰੇਵਾਲ? ਗਰੇਵਾਲ ਸਾਹਿਬ ਨੇ ਇੱਕ ਵੀ ਬਿਆਨ ਕੱਢੋ ਹੁਣ। ਜੇ ਗਰੇਵਾਲ ਨੇ ਸੁਣਾ ਗੱਲ ਮੇਰੀ ਨਹੀਂ, ਅਸੀਂ ਕਹੇ ਜਿਹੜੇ ਕਾਮਰੇਡ ਨੇ, ਅਸੀਂ ਕਹਿੰਦੇ ਵੀ ਕਾਮਰੇਡ ਜਿਹੜੇ ਆ ਦੇਸ਼ ਹਿੱਤ ਵਿੱਚ ਨਹੀਂ ਹੈ। ਜਿੱਥੇ ਕਾਮਰੇਡ ਦਾ ਝੰਡਾ ਲੱਗਿਆ ਉਹ ਬਰਬਾਦ ਕਰਕੇ ਛੱਡਦੇ ਨੇ, ਹੁਣ ਇਹ ਕਿਸਾਨੀ ਨੂੰ ਬਰਬਾਦ ਕਰਨਗੇ, ਉੱਥੇ ਕਾਮਰੇਡ ਨਹੀਂ ਬੈਠੇ। ਫਿਰ ਉਹਦੇ ਵਿੱਚ ਅਸੀਂ ਜਿਹੜੀ ਗੱਲ ਹੋ ਰਹੀ ਹੈ, ਅਸੀਂ ਉਹਨੂੰ ਠੋਕਤਾ, ਇਹਨੂੰ ਠੋਕ ਦਿਆਂਗੇ। ਔਰ ਇਸ ਤਰ੍ਹਾਂ ਦੀ ਜਿਹੜੇ ਭਾਸ਼ਣ ਅਪਸ਼ਬਦ ਉੱਥੇ ਬੋਲੇ ਜਾ ਰਹੇ ਨੇ, ਤੇ ਅਸੀਂ ਇਹ ਕਿਹਾ ਨਹੀਂ ਕਿਸਾਨ ਅੱਤਵਾਦੀ ਹੈ, ਅਸੀਂ ਕਿਹਾ ਇਸ ਆੜ ਦੇ ਵਿੱਚ ਗਲਤ ਆਨਸਰ बढ़ ਚੁੱਕੇ ਨੇ। ਜੇ ਅੰਤਕਵਾਦੀ ਦੀ ਗੱਲ ਕਰਦੇ ਹੋ ਜਾਂ ਇਸ ਤਰ੍ਹਾਂ ਦੀ ਕਰਦੇ ਹੋ ਵੀ ਕੌਣ ਕਰ ਰਿਹਾ ਹੈ, ਤਾਂ ਉਹ ਤੁਸੀਂ ਉਹਨੂੰ ਰੁਲਦੂ ਸਿੰਘ ਨੂੰ ਪੁੱਛੋ ਨਾ ਵੀ ਉਹਨੇ ਥੋੜ੍ਹੀ ਜਿਹੀ ਗੱਲ ਕਹੀ ਸੀ ਤੇ ਉਹਨੂੰ ਕਿਸ ਤਰ੍ਹਾਂ ਗਾਲਾਂ ਕੱਢੀਆਂ ਤੇ ਉਹਦੇ ਤੇ ਹਮਲਾ ਹੋ ਗਿਆ। ਰਾਜੇਵਾਲ ਨੂੰ ਪੁੱਛੋ ਕਹਾਂ ਤੈਨੂੰ ਗਾਲਾਂ ਕਿਹਨੇ ਕੱਢੀਆਂ ਸੀ ਤੁਹਾਨੂੰ? ਰਾਜੇਵਾਲ ਸਾਹਿਬ, ਰਾਜੇਵਾਲ ਨੇ ਇੱਕੋ ਹੀ ਗੱਲ ਕਹੀ ਸੀਗੀ ਕਿ ਵੀ ਕੋਈ ਜੇ ਖਾਲਿਸਤਾਨੀ ਦੀ ਗੱਲ ਚਲਾਉਂਦਾ ਹੈ ਨਾ, ਉਹ ਪਾਸੇ ਚਲਾਵੇ। ਉਹ ਗਾਲਾਂ ਪਈਆਂ, ਮੁੜ ਕੇ ਨਹੀਂ ਬੋਲਿਆ ਉਹ। ਹੈਂ, ਇਹ ਗੱਲਾਂ ਯਾਰ ਅਸੀਂ ਕਹਿੰਦੇ ਹਾਂ, ਅਸੀਂ ਕੁਛ ਨਹੀਂ ਕਹਿੰਦੇ। ਮੀਡੀਆ ਕਹਿੰਦਾ, ਮੀਡੀਆ ਸਾਨੂੰ ਦਿਖਾਉਂਦਾ ਜਿਹੜੀ ਗੱਲ ਅਸੀਂ ਕਹਿ ਦਿੰਦੇ ਹਾਂ। ਅਸੀਂ ਕੋਈ ਨਾਲ ਕਦੇ ਵਿੱਚ ਜਾ ਕੇ ਨਹੀਂ ਦੇਖਿਆ। ਅਸੀਂ ਕਿਸਾਨ ਨੂੰ ਅੰਨਦਾਤਾ ਕਹਿੰਦੇ ਹਾਂ, ਅੰਨਦਾਤਾ ਕਹਿੰਦੇ ਰਹਾਂਗੇ। ਕਿਸਾਨ ਭੋਲਾ ਵਾਲਾ ਇਹ ਕਹਿੰਦੇ ਹਾਂ। ਕਿਸਾਨ ਇੱਕ ਗੱਲ ਦੱਸੋ ਮੈਨੂੰ, ਕਿਸਾਨ ਦੇ ਝੰਡੇ ਦੇ ਥੱਲੇ ਇਹ ਸਾਰੇ ਆਏ ਫਿਰਦੇ ਕਿ ਨਹੀਂ ਆਏ ਫਿਰਦੇ? ਦੱਸ ਦਿਓ, ਤੁਸੀਂ ਦੱਸ ਦਿਓ। ਕਿਸਾਨਾਂ ਦੇ ਝੰਡੇ ਵਿੱਚ ਕਾਂਗਰਸ ਆਈ ਪਈ ਹੈ, ਅਕਾਲੀ ਆਏ ਪਏ ਨੇ, ਆਮ ਆਦਮੀ ਪਈ ਹੈ, ਕਾਮਰੇਡ ਪਏ ਨੇ, ਜਿੰਨੇ ਵੀ ਮੋਦੀ ਵਿਰੋਧੀ ਜਿਹੜੇ ਲੋਕ ਸੀਗੇ, ਬੀਜੇਪੀ ਵਿਰੋਧੀ, ਸਾਰੇ ਕਿਸਾਨੀ ਝੰਡੇ ਥੱਲੇ, ਜਿਨ੍ਹਾਂ ਦਾ 36 ਦਾ ਆંકੜਾ ਹੈ, ਉਹ ਵੀ ਉੱਥੇ ਇਕੱਠੇ ਹੋਏ ਫਿਰਦੇ ਨੇ। ਅਸੀਂ ਕਿਹਾ ਵੀ ਇਹ ਮਸਲਾ ਰਾਜਨੀਤੀ ਹੈ, ਕਿਸਾਨੀ ਹੈ ਹੀ ਨਹੀਂ। ਕਿਉਂ? ਇਹਦੇ ਵਾਸਤੇ ਇਹਨੇ ਸੁਖਬੀਰ ਨੇ ਵੀ ਕਿਹਾ 70% ਸਾਡੇ ਬੰਦੇ ਹੈ ਵੀ, ਇਹਨਾਂ ਨੇ ਭੇਜੇ ਸੀ। ਕੈਪਟਨ ਨੇ ਕਿਹਾ ਵੀ ਅਸੀਂ ਇਹਨਾਂ ਦੀ ਸਪੋਰਟ ਨਾ ਕਰਦੇ ਤਾਂ ਇਹ ਦਿੱਲੀ ਤੱਕ ਜਾਣ ਨਹੀਂ ਕਿਹਾ ਸੀ। ਅਸੀਂ ਇਹ ਗੱਲ ਨੂੰ ਕਹਿੰਦੇ, ਉਹ ਕਹਿੰਦੇ ਮਾੜਾ ਕਹਿੰਦੇ। ਅਸੀਂ ਕੀ ਕਹਿੰਦੇ? ਇਹ ਆਪ ਹੀ ਕਹੀ ਜਾਂਦੇ ਨੇ, ਉਹ ਅਸੀਂ ਦੁਹਰਾਉਂਦੇ ਹਾਂ ਵੀ ਆਹ ਗੱਲ ਹੋਈ ਹੈ। ਤੇ ਮਤਲਬ ਕਾਂਗਰਸ ਕਹਿੰਦੀ ਹੈ ਅਸੀਂ ਸਾਡੇ ਬੰਦੇ ਹੈ ਵੀ ਬੰਦੇ ਇਹਨਾਂ ਦੇ, ਕਾਂਗਰਸ ਦੇ, ਅਕਾਲੀਆਂ ਦੇ, ਕਾਮਰੇਡ ਦੇ ਬੰਦੇ ਆ। ਕਿਸਾਨਾਂ ਕੋਲ ਕਿਹੜੇ ਬੰਦੇ ਆ? ਕਿਸਾਨਾਂ ਦੇ ਜਿਹੜੇ ਬੰਦੇ ਤਾਂ ਖੇਤਾਂ 'ਚ ਹੈ ਤਾਂ ਉਸੇ ਸਾਰੇ ਰਾਜਨੀਤਿਕ। ਹਰਿਆਣੇ ਦੇ ਜਿਹੜੇ ਹੁੱਡੇ ਦੇ ਬੰਦੇ ਬੜੇ ਫਿਰਦੇ ਹੈਂ। ਤੇ ਇਹ ਗੱਲ ਸਾਰੀ ਦੇਖੋ, ਸਭ ਨੂੰ ਪਤਾ ਹੈ ਨਾ। ਮੇਰੇ ਕਹਿਣ ਨਾਲ ਕੀ, ਅਸੀਂ ਜੇ ਕਹਿੰਦੇ ਹਾਂ ਤਾਂ ਲੋਕਾਂ ਨੂੰ, ਸਾਡੀ ਗੱਲ ਜਿਹੜੀ ਹੈ ਨਾ ਜੀ, ਅੱਜ ਖੋਪੀਆ ਹੋ ਗਿਆ ਲੋਕਾਂ ਨੂੰ। ਮੋਦੀ ਨਾਂ ਦਾ ਖੋਪੀਆ ਹੋ ਗਿਆ, ਅੱਜ ਬੀਜੇਪੀ ਨਾਮ ਦਾ ਖੋਪੀਆ ਹੋ ਗਿਆ। ਅਗਰ ਮਾੜੀ ਜੀ ਗੱਲ ਸਾਡੇ ਜ਼ਬਾਨ 'ਚੋਂ ਕੋਈ ਨਿਕਲ ਜਾਂਦੀ ਹੈ, ਉਹਨੂੰ ਫੜ ਲੈਂਦੇ ਆ ਜੀ, ਦੇ ਤੇਰੀ ਆਹ ਕਹਿਤਾ। ਤੇ ਅਸੀਂ ਕਿਸੇ ਆਪ ਦੀ ਵਿਚਾਰ ਕਰਦੇ ਹਾਂ। ਕੋਈ ਕਹਿੰਦਾ ਅਸੀਂ ਮਾੜਾ ਕਦੇ ਕਿਸੇ ਨੂੰ ਨਹੀਂ ਕਿਹਾ, ਅੱਜ ਤੱਕ ਅਪਸ਼ਬਦ ਨਹੀਂ ਬੋਲੇਗੇ। ਇਹ ਕਿਸ ਤਰ੍ਹਾਂ ਦੇ ਅਪਸ਼ਬਦ ਬੋਲਦੇ ਨੇ ਦੱਸੋ? ਹਮਲਾ ਕਰਨਾ, ਇਹ ਕਹਿੰਦੇ ਨੇ। ਮੈਂ ਦੱਸਾਂ ਤੁਹਾਨੂੰ, ਅਸੀਂ ਤਾਂ ਪਹਿਲੇ ਕਹਿੰਦੇ, ਸਾਨੂੰ ਤਾਂ ਡਰ ਹੀ ਇਸੇ ਚੀਜ਼ ਦਾ ਸੀਗਾ। ਹੁਣ ਅਸੀਂ ਜਿੱਥੇ ਜਾਂਦੇ ਹਾਂ ਘੇਰਾ ਪਾ ਲੈਂਦੇ ਨੇ, ਘੇਰਾ ਪਾ ਲੈਂਦੇ। ਜਿੱਥੇ ਗੱਡੀ 'ਚ ਨਿਕਲਦੇ ਹਾਂ ਤਾਂ ਉਹ ਮਤਲਬ ਉੱਥੇ ਕੋਈ ਵੀ ਐਕਸੀਡੈਂਟ ਹੋ ਸਕਦਾ, ਇਸ ਤਰ੍ਹਾਂ ਹਬੜ ਦਬੜੀ 'ਚ ਹੋ ਸਕਦਾ। ਬੜੀ ਮੁਸ਼ਕਿਲ ਨਾਲ ਬਚਦੇ ਆ, ਬੜੇ ਮੁਸ਼ਕਿਲ ਨਾਲ ਬਚਦੇ ਆ ਆਪਦੇ ਦੌਰੇ। ਇੱਕ ਗੱਲ ਦੱਸੋ ਮੈਨੂੰ, ਤੁਸੀਂ ਕਦੋਂ ਤੱਕ ਚੱਲੇਗਾ? ਜੇ ਅਸੀਂ ਕਦੋਂ ਤੱਕ ਇਹ ਬਰਦਾਸ਼ਤ ਹੋਏਗੀ ਦੱਸੋ? ਇਹ ਮਤਲਬ ਕਿਸਾਨੀ ਨਹੀਂ ਹੈ ਸੰਘਰਸ਼, ਕੋਈ ਹੋਰ ਹੀ ਹੈ ਇਹਦੇ ਵਿੱਚ। ਮਨੋਹਰ ਲਾਲ ਖੱਟੜ ਸਾਹਿਬ ਬਿਆਨ ਦਿੰਦੇ ਨੇ ਕਿ 700-800 ਬੰਦੇ ਖੜੇ ਕਰੋ, ਬਰਾਬਰ ਠੋਕੋ। ਇੱਕ ਪੰਜਾਬ ਦੇ ਜਾਂ ਪੰਜਾਬ ਨਹੀਂ, ਇੱਕ ਸਟੇਟ ਦੇ ਮੁਖੀ ਦੇ ਮੂੰਹੋਂ, ਜੋ ਹਰਿਆਣੇ ਦੇ ਮੁਖੀ ਨੇ, ਉਹਨਾਂ ਦੇ ਮੂੰਹੋਂ ਇਹ ਸ਼ਬਦ ਕਿੰਨੇ ਕੁ ਸ਼ੋਭਾ ਦਿੰਦੇ ਆ? ਨਹੀਂ, ਉਹਨਾਂ ਦੇ ਮੂੰਹ ਤੇ ਸ਼ੋਭਾ ਨਹੀਂ ਦਿੰਦੇ, ਪਰ ਮੇਰੇ ਵਰਗੇ ਦੇ ਮੂੰਹ ਤੇ ਸ਼ੋਭਾ ਦੇ ਦਿੰਦੇ ਆ। ਕਿਵੇਂ ਜੀ? ਨਹੀਂ, ਠੀਕ ਹੈ। ਅਸੀਂ ਕਦੋਂ ਤੱਕ ਜ਼ੁਲਮ ਸਹਾਂਗੇ? ਗੁਰੂ ਗੋਬਿੰਦ ਸਿੰਘ ਨੇ ਕਹੀ ਸੀ, ਜ਼ੁਲਮ ਸਹਿਣਾ ਵੀ, ਕਰਨਾ ਵੀ ਪਾਪ ਹੈ, ਸਹਿਣਾ ਵੀ ਪਾਪ ਹੈ। ਸੁਣਨਾ ਮੇਰੀ ਗੱਲ ਯਾਰ, ਸਾਡੀ ਹੁਣ ਪੁਲਿਸ ਸਪੋਰਟ ਨਹੀਂ ਕਰਦੀ। 1 ਸਾਲ ਹੋ ਗਏ, 1.5 ਸਾਲ ਹੋ ਗਿਆ, ਅਸੀਂ ਜਿੱਥੇ ਵੀ ਜਾਣਾ ਘੇਰਾ ਪਾ ਲੈਂਦੇ ਨੇ। ਕਿਸਾਨ ਨਹੀਂ ਹੈਗੇ, ਜਦੋਂ ਅਸੀਂ ਕੀ ਕਰਾਂਗੇ? ਪੁਲਿਸ ਸਾਡੀ ਸਪੋਰਟ ਕਰਦੀ ਨਹੀਂ, ਸਭ ਕੀ ਕਰਾਂਗੇ? ਅਸੀਂ ਇਲੈਕਸ਼ਨ 'ਚ ਵੀ ਜਾਣਾ, ਅਸੀਂ ਮਰਗ ਮੁਖਾਣਾ ਵੀ ਜਾਣਾ, ਉੱਥੇ ਘੇਰਾ ਪਾਉਂਦੇ ਨੇ। ਉੱਥੇ ਇਹ ਸ਼ਾਂਤੀਪੁਰ ਕਰਨ ਵਾਲੀ ਕਿਹੜੀ ਗੱਲ ਹੈ? ਗੱਡੀਆਂ ਦੇ ਡੰਡੇ, ਸ਼ੀਸ਼ੇ, ਕਿਹੜੀ ਗੱਡੀ ਦੇ ਸ਼ੀਸ਼ੇ ਨਹੀਂ ਤੋੜੇ, ਕਿਹੜੀ ਗੱਡੀ ਦੇ ਡੰਡੇ ਨਹੀਂ ਮਾਰੇ, ਕਿਹੜੇ ਪੱਥਰ ਨਹੀਂ ਮਾਰੇ, ਇੱਟਾਂ ਨਹੀਂ ਮਾਰੇ। ਕਾਂਗਰਸ ਦੇ ਕਹਿ ਦੇਣ, ਆਮ ਆਦਮੀ ਨੂੰ ਵੀ ਇਹਨਾਂ ਨੇ ਘੇਰਿਆ, ਕਾਂਗਰਸ ਨੂੰ ਵੀ ਘੇਰਿਆ। ਅਕਾਲੀਆਂ ਦਾ ਮੋਗੇ ਕੀ ਹੋਇਆ ਸੀਗਾ?
ਉਹ ਮਤਲਬ ਕੀ ਹੈ ਕਿ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਇਹਨਾਂ ਨੂੰ ਪੀੜ ਹੈ ਸਾਰਿਆਂ ਨੂੰ। ਆ ਰਾਜਸਥਾਨ ਦੇ ਵਿੱਚ ਹਨੂੰਮਾਨਗੜ੍ਹ ਕਿੰਨੇ ਕਿਸਾਨਾਂ ਨੂੰ ਕੁੱਟੇ, ਉਹ ਤਾਂ ਅਸਲ ਕਿਸਾਨਾਂ ਨੂੰ ਕੁੱਟੇ ਸੀ। ਕਿਸਾਨਾਂ ਨੂੰ ਕੁੱਟਣ ਨਾਲ ਕੋਈ ਪੀੜ ਨਹੀਂ ਹੈ ਇਹਨਾਂ ਨੂੰ, ਕਿਸਾਨਾਂ ਨੂੰ ਭਾਵੇਂ ਕੋਈ ਕੁੱਟੇ, ਇਹਨਾਂ ਤੋਂ ਗੁੰਡਿਆਂ ਨੂੰ ਕੁੱਟਿਆ ਜਾਵੇ ਨਾ ਉਦੋਂ ਪੀੜ ਹੁੰਦੀ ਹੈ ਵੀ ਇਹ ਗੁੰਡਿਆਂ ਸਾਡੇ ਗੁੰਡਿਆਂ ਨੂੰ ਕਿਉਂ ਮਾਰਿਆ ਗਿਆ। ਉਹ ਜੇ ਕਿਸਾਨਾਂ ਦੀ ਗੱਲ ਕਰਦੇ ਤਾਂ ਰਾਜਸਥਾਨ ਦੇ ਨਿਰੋਲ ਕਿਸਾਨ ਸੀ ਵਿਚਾਰੇ ਹਨੂੰਮਾਨਗੜ੍ਹ, ਔਰ ਪੁਲਿਸ ਨੇ ਕੁੱਟੇ। ਅੱਜ ਤੱਕ ਕਿਸੇ ਨੇ ਆਹ ਦਾ ਨਾਰੇ ਨਹੀਂ ਮਾਰਿਆ। ਇਹ ਗੱਲ ਨਹੀਂ ਹੈ। ਦੇਖੋ ਕਦੋਂ ਤੱਕ ਬੰਦਾ ਕੋਈ ਆਖਰ ਕਦੋਂ ਤੱਕ ਗੱਲ ਨੂੰ ਸਹੇਗਾ, ਮੈਨੂੰ ਦੱਸ ਦਿਓ। ਅਸੀਂ ਕੀ ਮਾੜਾ ਕੀਤਾ ਜਿੱਥੇ ਕੋਈ ਵਿਆਹ ਨਹੀਂ, ਸ਼ਾਦੀ ਨਹੀਂ, ਵਿਆਹ ਕਿੱਥੇ ਚਲੇ ਜਾਓ ਹਲਾ ਕਰਕੇ ਇਕੱਠੇ ਹੋ ਜਾਣਾ, ਅੱਗਾ ਪਿੱਛਾ ਜਿਸ ਹੋਟਲ 'ਚ ਵੜ ਗਏ ਸ਼ੀਸ਼ੇ ਤੋੜ ਦੇਣੇ। ਯਾਰ ਕਮਾਲ ਹੋ ਗਈ। ਤੁਸੀਂ ਔਲਾਮਾ ਸਿਰਫ ਬੀਜੇਪੀ ਵਰਕਰ ਨੂੰ ਦਿੰਦੇ ਹੋ। ਠੀਕ ਹੈ, ਖੱਟਰ ਨੂੰ ਗੱਲ ਨਹੀਂ ਕਹਿਣੀ ਚਾਹੀਦੀ ਹੈ, ਪਰ ਸਾਡੇ ਵਰਗੇ ਸਾਡੇ ਦੱਸੋ ਅਸੀਂ ਕੀ ਕਰੀਏ। ਪੁਲਿਸ ਸਪੋਰਟ ਕਰਦੀ ਨਹੀਂ, ਅਸੀਂ ਆਪਣੇ ਕੱਪੜੇ ਪੜਾਈਏ, ਪਜਾਮੇ ਅਸੀਂ ਨੰਗੇ ਹੋਈਏ ਉਹਨਾਂ ਦੇ ਸਾਹਮਣੇ, ਸਾਨੂੰ ਮਾਰਨ ਕੁੱਟਣ ਉਹਨਾਂ ਦੇ ਅੱਗੇ ਕੀ ਅਸੀਂ ਕੋਈ ਜਾ ਕੇ ਮੰਡ ਜਾਈਏ, ਕੀ ਕਰਾਂਗੇ ਅਸੀਂ ਦੱਸੋ। ਸਾਨੂੰ ਤਾਂ ਮਤਲਬ ਕਿੰਨੇ ਕੁ ਦਿਨ ਮਰਦੀ ਨੂੰ ਅੱਖ ਚੱਬਣਾ ਪੈਣਾ, ਸਿੱਧੀ ਗੱਲ ਮੈਂ ਦੱਸਦਾ ਤੁਹਾਨੂੰ। ਤਾਂ ਜੈਨੀ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਬੀਜੇਪੀ ਦੇ ਗਰਮ ਖਿਆਲਾਂ ਕਰਕੇ ਜੋ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ, ਜੋ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ, ਜੋ ਕਰਨਾਲ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ, ਉਸ ਨੂੰ ਦੇਖਦੇ ਮੋਦੀ ਸਾਹਿਬ ਅਮਰੀਕਾ ਗਏ ਨੇ, ਉੱਥੇ ਵੀ ਉਹਨਾਂ ਦਾ ਵਿਰੋਧ ਹੋਇਆ। ਇਹਨਾਂ ਨੇ ਭੇਜੇ ਸੀ, ਕੈਪਟਨ ਨੇ ਕਿਹਾ ਵੀ ਅਸੀਂ ਇਹਨਾਂ ਦੀ ਸਪੋਰਟ ਨਾ ਕਰਦੇ ਤਾਂ ਇਹ ਦਿੱਲੀ ਤੱਕ ਜਾਣ ਨਹੀਂ ਕਿਹਾ ਸੀ। ਅਸੀਂ ਇਹ ਗੱਲ ਨੂੰ ਕਹਿੰਦੇ, ਉਹ ਕਹਿੰਦੇ ਮਾੜਾ ਕਹਿੰਦੇ, ਅਸੀਂ ਕੀ ਕਹਿੰਦੇ, ਇਹ ਆਪ ਹੀ ਕਹੀ ਜਾਂਦੇ ਨੇ, ਉਹ ਅਸੀਂ ਦੁਹਰਾਉਂਦੇ ਹਾਂ ਵੀ ਆਹ ਗੱਲ ਹੋਈ ਹੈ। ਤੇ ਮਤਲਬ ਕਾਂਗਰਸ ਕਹਿੰਦੀ ਹੈ ਅਸੀਂ ਸਾਡੇ ਬੰਦੇ ਹੈ ਵੀ ਬੰਦੇ ਇਹਨਾਂ ਦੇ, ਕਾਂਗਰਸ ਦੇ, ਅਕਾਲੀਆਂ ਦੇ, ਕਾਮਰੇਡ ਦੇ ਬੰਦੇ ਆ। ਕਿਸਾਨਾਂ ਕੋਲ ਕਿਹੜੇ ਬੰਦੇ ਆ? ਕਿਸਾਨਾਂ ਦੇ ਜਿਹੜੇ ਬੰਦੇ ਤਾਂ ਖੇਤਾਂ 'ਚ ਹੈ ਤਾਂ ਉਸੇ ਸਾਰੇ ਰਾਜਨੀਤਿਕ। ਹਰਿਆਣੇ ਦੇ ਜਿਹੜੇ ਹੁੱਡੇ ਦੇ ਬੰਦੇ ਬੜੇ ਫਿਰਦੇ ਹੈਂ। ਤੇ ਇਹ ਗੱਲ ਸਾਰੀ ਦੇਖੋ ਸਭ ਨੂੰ ਪਤਾ ਹੈ ਨਾ। ਮੇਰੇ ਕਹਿਣ ਨਾਲ ਕੀ, ਅਸੀਂ ਜੇ ਕਹਿੰਦੇ ਹਾਂ ਤਾਂ ਲੋਕਾਂ ਨੂੰ ਤਾਂ ਸਾਡੀ ਗੱਲ ਜਿਹੜੀ ਹੈ ਨਾ ਜੀ, ਅੱਜ ਖੋਪੀਆ ਹੋ ਗਿਆ ਲੋਕਾਂ ਨੂੰ, ਮੋਦੀ ਨਾਂ ਦਾ ਖੋਪੀਆ ਹੋ ਗਿਆ, ਅੱਜ ਬੀਜੇਪੀ ਨਾਮ ਦਾ ਖੋਪੀਆ ਹੋ ਗਿਆ। ਅਗਰ ਮਾੜੀ ਜੀ ਗੱਲ ਸਾਡੇ ਜ਼ਬਾਨ 'ਚੋਂ ਕੋਈ ਨਿਕਲ ਜਾਂਦੀ ਹੈ ਉਹਨੂੰ ਫੜ ਲੈਂਦੇ ਜੀ, ਦੇ ਤੇਰੀ ਆਹ ਕਹਿਤਾ। ਤੇ ਅਸੀਂ ਕਿਸੇ ਆਪ ਦੀ ਵਿਚਾਰ ਕਰਦੇ ਹਾਂ, ਕੋਈ ਕਹਿੰਦਾ ਅਸੀਂ ਮਾੜਾ ਕਦੇ ਕਿਸੇ ਨੂੰ ਨਹੀਂ ਕਿਹਾ, ਅੱਜ ਤੱਕ ਅਪਸ਼ਬਦ ਨਹੀਂ ਬੋਲੇਗੇ। ਇਹ ਕਿਸ ਤਰ੍ਹਾਂ ਦੇ ਅਪਸ਼ਬਦ ਬੋਲਦੇ ਨੇ ਦੱਸੋ। ਹਮਲਾ ਕਰਨਾ ਇਹ ਕਹਿੰਦੇ ਨੇ, ਮੈਂ ਦੱਸਾਂ ਤੁਹਾਨੂੰ, ਅਸੀਂ ਤਾਂ ਪਹਿਲੇ ਕਹਿੰਦੇ ਸਾਨੂੰ ਤਾਂ ਡਰ ਹੀ ਇਸੇ ਚੀਜ਼ ਦਾ ਸੀਗਾ। ਹੁਣ ਅਸੀਂ ਜਿੱਥੇ ਜਾਂਦੇ ਹਾਂ ਘੇਰਾ ਪਾ ਲੈਂਦੇ ਨੇ, ਘੇਰਾ ਪਾ ਲੈਂਦੇ, ਜਿੱਥੇ ਗੱਡੀ 'ਚ ਨਿਕਲਦੇ ਹਾਂ ਤਾਂ ਉਹ ਮਤਲਬ ਉੱਥੇ ਕੋਈ ਵੀ ਐਕਸੀਡੈਂਟ ਹੋ ਸਕਦਾ, ਇਸ ਤਰ੍ਹਾਂ ਹਬੜ ਦਬੜੀ 'ਚ ਹੋ ਸਕਦਾ। ਬੜੀ ਮੁਸ਼ਕਿਲ ਨਾਲ ਬਚਦੇ ਆ, ਬੜੇ ਮੁਸ਼ਕਿਲ ਨਾਲ ਬਚਦੇ ਆ। ਆਪਦੇ ਦੌਰੇ ਇੱਕ ਗੱਲ ਦੱਸੋ ਮੈਨੂੰ, ਤੁਸੀਂ ਕਦੋਂ ਤੱਕ ਚੱਲੇਗਾ? ਜੇ ਅਸੀਂ ਕਦੋਂ ਤੱਕ ਇਹ ਬਰਦਾਸ਼ਤ ਹੋਏਗੀ ਦੱਸੋ। ਇਹ ਮਤਲਬ ਕਿਸਾਨੀ ਨਹੀਂ ਹੈ ਸੰਘਰਸ਼, ਕੋਈ ਹੋਰ ਹੀ ਹੈ ਇਹਦੇ ਵਿੱਚ। ਮਨੋਹਰ ਲਾਲ ਖੱਟੜ ਸਾਹਿਬ ਬਿਆਨ ਦਿੰਦੇ ਨੇ ਕਿ 700-800 ਬੰਦੇ ਖੜੇ ਕਰੋ, ਬਰਾਬਰ ਠੋਕੋ। ਇੱਕ ਪੰਜਾਬ ਦੇ ਜਾਂ ਪੰਜਾਬ ਨਹੀਂ, ਇੱਕ ਸਟੇਟ ਦੇ ਮੁਖੀ ਦੇ ਮੂੰਹੋਂ, ਜੋ ਹਰਿਆਣੇ ਦੇ ਮੁਖੀ ਨੇ, ਉਹਨਾਂ ਦੇ ਮੂੰਹੋਂ ਇਹ ਸ਼ਬਦ ਕਿੰਨੇ ਕੁ ਸ਼ੋਭਾ ਦਿੰਦੇ ਆ? ਨਹੀਂ, ਉਹਨਾਂ ਦੇ ਮੂੰਹ ਤੇ ਸ਼ੋਭਾ ਨਹੀਂ ਦਿੰਦੇ, ਪਰ ਮੇਰੇ ਵਰਗੇ ਦੇ ਮੂੰਹ ਤੇ ਸ਼ੋਭਾ ਦੇ ਦਿੰਦੇ ਆ। ਕਿਵੇਂ ਜੀ? ਨਹੀਂ ਠੀਕ ਹੈ, ਅਸੀਂ ਕਦੋਂ ਤੱਕ ਜ਼ੁਲਮ ਸਹਾਂਗੇ? ਗੁਰੂ ਗੋਬਿੰਦ ਸਿੰਘ ਨੇ ਕਹੀ ਸੀ ਜ਼ੁਲਮ ਸਹਿਣਾ ਵੀ, ਕਰਨਾ ਵੀ ਪਾਪ ਹੈ, ਸਹਿਣਾ ਵੀ ਪਾਪ ਹੈ। ਸੁਣ ਨਾ ਮੇਰੀ ਗੱਲ ਯਾਰ, ਸਾਡੀ ਹੁਣ ਪੁਲਿਸ ਸਪੋਰਟ ਨਹੀਂ ਕਰਦੀ। 1 ਸਾਲ ਹੋ ਗਏ, 1.5 ਸਾਲ ਹੋ ਗਿਆ, ਅਸੀਂ ਜਿੱਥੇ ਵੀ ਜਾਂਦੇ ਘੇਰਾ ਪਾ ਲੈਂਦੇ ਨੇ। ਕਿਸਾਨ ਨਹੀਂ ਹੈਗੇ, ਜਦੋਂ ਅਸੀਂ ਕੀ ਕਰਾਂਗੇ? ਪੁਲਿਸ ਸਾਡੀ ਸਪੋਰਟ ਕਰਦੀ ਨਹੀਂ, ਸਭ ਕੀ ਕਰਾਂਗੇ? ਅਸੀਂ ਇਲੈਕਸ਼ਨ 'ਚ ਵੀ ਜਾਣਾ, ਅਸੀਂ ਮਰਗ ਮੁਖਾਣਾ ਵੀ ਜਾਣਾ, ਉੱਥੇ ਘੇਰਾ ਪਾਉਂਦੇ ਨੇ। ਉੱਥੇ ਇਹ ਸ਼ਾਂਤੀਪੁਰ ਕਰਨ ਵਾਲੀ ਕਿਹੜੀ ਗੱਲ ਹੈ? ਗੱਡੀਆਂ ਦੇ ਡੰਡੇ ਸ਼ੀਸ਼ੇ, ਕਿਹੜੀ ਗੱਡੀ ਦੇ ਸ਼ੀਸ਼ੇ ਨਹੀਂ ਤੋੜੇ, ਕਿਹੜੀ ਗੱਡੀ ਦੇ ਡੰਡੇ ਨਹੀਂ ਮਾਰੇ, ਕਿਹੜੇ ਪੱਥਰ ਨਹੀਂ ਮਾਰੇ, ਇੱਟਾਂ ਨਹੀਂ ਮਾਰੇ। ਕਾਂਗਰਸ ਦੇ ਕਹਿ ਦੇਣ, ਆਮ ਆਦਮੀ ਨੂੰ ਵੀ ਇਹਨਾਂ ਨੇ ਘੇਰਿਆ, ਕਾਂਗਰਸ ਨੂੰ ਵੀ ਘੇਰਿਆ, ਪਰ ਅਕਾਲੀਆਂ ਦਾ ਮੋਗੇ ਕੀ ਹੋਇਆ ਸੀਗਾ? ਉਹ ਮਤਲਬ ਕੀ ਹੈ ਕਿ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਇਹਨਾਂ ਨੂੰ ਪੀੜ ਹੈ ਸਾਰਿਆਂ ਨੂੰ। ਆ ਰਾਜਸਥਾਨ ਦੇ ਵਿੱਚ ਹਨੂੰਮਾਨਗੜ੍ਹ ਕਿੰਨੇ ਕਿਸਾਨਾਂ ਨੂੰ ਕੁੱਟੇ, ਉਹ ਤਾਂ ਅਸਲ ਕਿਸਾਨਾਂ ਨੂੰ ਕੁੱਟੇ ਸੀ। ਕਿਸਾਨਾਂ ਨੂੰ ਕੁੱਟਣ ਨਾਲ ਕੋਈ ਪੀੜ ਨਹੀਂ ਇਹਨਾਂ ਨੂੰ, ਕਿਸਾਨਾਂ ਨੂੰ ਭਾਵੇਂ ਕੋਈ ਕੁੱਟੇ, ਇਹਨਾਂ ਤੋਂ ਗੁੰਡਿਆਂ ਨੂੰ ਕੁੱਟਿਆ ਜਾਵੇ ਨਾ ਉਦੋਂ ਪੀੜ ਹੁੰਦੀ ਹੈ ਵੀ ਇਹ ਗੁੰਡਿਆਂ ਸਾਡੇ ਗੁੰਡਿਆਂ ਨੂੰ ਕਿਉਂ ਮਾਰਿਆ ਗਿਆ। ਉਹ ਜੇ ਕਿਸਾਨਾਂ ਦੀ ਗੱਲ ਕਰਦੇ ਤਾਂ ਰਾਜਸਥਾਨ ਦੇ ਨਿਰੋਲ ਕਿਸਾਨ ਸੀ ਵਿਚਾਰੇ ਹਨੂੰਮਾਨਗੜ੍ਹ, ਔਰ ਪੁਲਿਸ ਨੇ ਕੁੱਟੇ। ਅੱਜ ਤੱਕ ਕਿਸੇ ਨੇ ਆਹ ਦਾ ਨਾਰੇ ਨਹੀਂ ਮਾਰਿਆ। ਇਹ ਗੱਲ ਨਹੀਂ ਹੈ। ਦੇਖੋ ਕਦੋਂ ਤੱਕ ਬੰਦਾ ਕੋਈ ਆਖਰ ਕਦੋਂ ਤੱਕ ਗੱਲ ਨੂੰ ਸਹੇਗਾ, ਮੈਨੂੰ ਦੱਸ ਦਿਓ। ਅਸੀਂ ਕੀ ਮਾੜਾ ਕੀਤਾ ਜਿੱਥੇ ਕੋਈ ਵਿਆਹ ਨਹੀਂ, ਸ਼ਾਦੀ ਨਹੀਂ, ਵਿਆਹ ਕਿੱਥੇ ਚਲੇ ਜਾਓ ਹਲਾ ਕਰਕੇ ਇਕੱਠੇ ਹੋ ਜਾਣਾ, ਅੱਗਾ ਪਿੱਛਾ ਜਿਸ ਹੋਟਲ 'ਚ ਵੜ ਗਏ ਸ਼ੀਸ਼ੇ ਤੋੜ ਦੇਣੇ। ਯਾਰ ਕਮਾਲ ਹੋ ਗਈ। ਤੁਸੀਂ ਔਲਾਮਾ ਸਿਰਫ ਬੀਜੇਪੀ ਵਰਕਰ ਨੂੰ ਦਿੰਦੇ ਹੋ। ਠੀਕ ਹੈ, ਖੱਟਰ ਨੂੰ ਗੱਲ ਨਹੀਂ ਕਹਿਣੀ ਚਾਹੀਦੀ ਹੈ, ਪਰ ਸਾਡੇ ਵਰਗੇ ਸਾਡੇ ਦੱਸੋ ਅਸੀਂ ਕੀ ਕਰੀਏ। ਪੁਲਿਸ ਸਪੋਰਟ ਕਰਦੀ ਨਹੀਂ, ਅਸੀਂ ਆਪਣੇ ਕੱਪੜੇ ਪੜਾਈਏ, ਪਜਾਮੇ ਅਸੀਂ ਨੰਗੇ ਹੋਈਏ ਉਹਨਾਂ ਦੇ ਸਾਹਮਣੇ, ਸਾਨੂੰ ਮਾਰਨ ਕੁੱਟਣ ਉਹਨਾਂ ਦੇ ਅੱਗੇ ਕੀ ਅਸੀਂ ਕੋਈ ਜਾ ਕੇ ਮੰਡ ਜਾਈਏ, ਕੀ ਕਰਾਂਗੇ ਅਸੀਂ ਦੱਸੋ। ਸਾਨੂੰ ਤਾਂ ਮਤਲਬ ਕਿੰਨੇ ਕੁ ਦਿਨ ਮਰਦੀ ਨੂੰ ਅੱਖ ਚੱਬਣਾ ਪੈਣਾ, ਸਿੱਧੀ ਗੱਲ ਮੈਂ ਦੱਸਦਾ ਤੁਹਾਨੂੰ। ਤਾਂ ਜੈਨੀ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਬੀਜੇਪੀ ਦੇ ਗਰਮ ਖਿਆਲਾਂ ਕਰਕੇ ਜੋ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ, ਜੋ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ, ਜੋ ਕਰਨਾਲ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ,
ਉਸ ਨੂੰ ਦੇਖਦੇ ਮੋਦੀ ਸਾਹਿਬ ਅਮਰੀਕਾ ਗਏ ਨੇ, ਉੱਥੇ ਵੀ ਉਹਨਾਂ ਦਾ ਵਿਰੋਧ ਹੋਇਆ, ਕਿਵੇਂ ਦੇਖਦੇ ਹੋ? ਕੌਣ ਹੈ ਵਿਰੋਧ ਕਰਨ ਵਾਲੇ? ਅੱਜ ਤਾਂ ਮਾੜੀ ਗੱਲ ਹੈ, ਜਿਹੜੇ ਵਿਰੋਧ ਕਰ ਰਹੇ ਨੇ ਉਹ ਦਿਲਾਂ 'ਚ ਨਫ਼ਰਤ ਪਾ ਰਹੇ ਨੇ। ਸਾਡਾ ਪੰਜਾਬ ਪਿੱਛੇ ਜਾ ਰਿਹਾ ਹੈ, ਸਾਡੇ ਪੰਜਾਬੀਅਤ ਪਿੱਛੇ ਜਾ ਰਹੀ ਹੈ। ਵਿਰੋਧ ਜੈਨੀ ਸਾਹਿਬ ਮੇਨ ਪੁਆਇੰਟ ਹੈ ਯਾਰ, ਜੈਨੀ ਸਾਹਿਬ ਪੁਆਇੰਟ, ਜੇ ਸਰਕਾਰ ਹੈ ਜੈਨੀ ਸਾਹਿਬ ਕਿਉਂ ਵਿਰੋਧ ਹੈ ਯਾਰ? ਬਿਨਾਂ ਵਜ੍ਹਾ ਦਾ ਵਿਰੋਧ ਹੈ। ਬਿਲਾਂ 'ਚ ਹੈ ਕੀ ਮਾੜਾ ਕਰਤਾ ਮੋਦੀ ਨੇ? ਮੈਨੂੰ ਦੱਸੋ। ਪੰਜਾਬ ਅਗਰ ਵਿਰੋਧ ਕਰਦਾ, ਮੋਦੀ ਨੇ ਕੀ ਮਾੜਾ ਕਰਤਾ? ਪੰਜਾਬ ਦਾ ਕੀ ਨਹੀਂ ਕੀਤਾ ਹੈ? 84 ਦੰਗਿਆਂ ਨੂੰ ਸਜ਼ਾ ਦੀ ਦੇਣ ਦੀ ਗੱਲ ਹੋਈ, ਕੋਰੀਡੋਰ ਦੀ ਗੱਲ ਹੋਈ, ਕਾਲੀ ਸੂਚੀ ਦੀ ਗੱਲ ਹੋਈ। ਜਿੱਥੇ ਵੀ ਅਸੀਂ ਗੁਰੂਆਂ ਦਾ ਜਨਮ, ਮੇਰੇ ਦੇਖ ਲਓ ਉੱਪਰ ਗੁਰੂ, ਅਸੀਂ ਇਹਨਾਂ ਦੇ ਆਸ਼ੀਰਵਾਦ ਲੈ ਕੇ ਚੱਲਦੇ ਹਾਂ। ਕੀ ਮਾੜਾ ਕੀਤਾ ਮੋਦੀ ਨੇ? ਕੀ ਗੱਲ ਦੱਸ ਦਿਓ। ਦੇਸ਼ ਨੂੰ ਤਰੱਕੀ ਵੱਲ ਲੈ ਕੇ ਗਿਆ, ਕੀ ਮਾੜਾ ਕਰਤਾ? ਜੇ ਮੋਦੀ ਨੇ ਕਾਨੂੰਨ ਬਣਾਤਾ, ਐਡਾ ਕੀ ਮਾੜਾ ਕਰਤਾ ਵੀ? ਔਰ ਕਾਨੂੰਨ ਦੇ ਵਿੱਚ ਮਾੜਾ ਹੈ ਕੀ? ਆ ਦੱਸੋ ਮੈਨੂੰ। ਔਰ ਇਹੀ ਕਾਨੂੰਨਾਂ ਦਾ ਵਿਰੋਧ ਹੁੰਦਾ ਤਾਂ ਪੰਜਾਬ 'ਚ ਆਲਰੇਡੀ ਪਹਿਲੇ ਹੀ ਕਾਨੂੰਨ ਸੀਗਾ। ਮਤਲਬ 2005 'ਚ ਬਣਾਇਆ ਸੀ, ਕੈਪਟਨ ਨੇ ਬਣਾਇਆ ਸੀ, 13 'ਚ ਬਾਦਲ ਨੇ ਪਾਸ ਕੀਤਾ ਸੀ। ਉਹ ਤਾਂ ਕਿਸਾਨਾਂ ਦੇ ਹੱਥ ਬੰਨ੍ਹੇ ਹੋਏ ਸੀਗੇ, ਇਹ ਤਾਂ ਮੋਦੀ ਸਾਹਿਬ ਨੇ ਹੱਥ ਖੋਲ੍ਹੇ ਆ। ਯਾਰ ਕਾਨੂੰਨ ਪੜ੍ਹੋ, ਕਾਨੂੰਨਾਂ ਦਾ ਵਿਰੋਧ ਨਹੀਂ ਹੈ, ਇਹ ਕੋਈ ਹੋਰ ਹੀ ਚੀਜ਼ ਹੈ। ਹੁਣ ਫਿਰ ਜੈਨੀ ਸਾਹਿਬ ਕਿਵੇਂ ਦੇਖਦੇ ਹੋ? 22 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਨੇ, ਲੋਕਾਂ ਦਾ ਵਿਰੋਧ ਵੀ ਸਿਖਰਾਂ 'ਤੇ ਹੈ, ਜੋ ਲੋਕਾਂ ਦਾ ਰੋਸ ਹੈ ਉਹ ਵੀ ਸਿਖਰਾਂ 'ਤੇ। ਤੁਸੀਂ ਦਾਅਵਾ ਕਰਦੇ ਹੋ ਕਿ ਵਿਧਾਨ ਸਭਾ ਦੀਆਂ 117 ਸੀਟਾਂ ਦੇ ਚੋਣਾਂ ਲੜਾਂਗੇ, ਜਿੱਤਾਂਗੇ ਵੀ, ਪਰ ਲੋਕ ਇਹ ਕਹਿੰਦੇ ਆ ਕਿ ਅਸੀਂ ਬੀਜੇਪੀ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ, ਫਿਰ ਜਿੱਤੋਗੇ ਕਿਹੜੇ ਦਮ ਦੇ? ਜਿਨ੍ਹਾਂ ਲੋਕਾਂ ਦੇ ਭਰਮ ਹੈ ਨਾ, ਪਹਿਲੇ ਉਹ ਭਰਮ ਕੱਢ ਦੇਣ। ਠੀਕ ਹੈ ਜੀ। ਔਰ ਇੱਕ ਗੱਲ ਦੱਸਣਾ ਚਾਹੁੰਦਾ ਤੁਹਾਨੂੰ, ਉਗਰਵਾਦ ਸੀਗਾ 91 92 95 'ਚ, ਕਾਂਗਰਸ ਨੇ ਬਾਈਕਾਟ ਕੀਤਾ ਸੀਗਾ, ਅਕਾਲੀਆਂ ਨੇ ਬਾਈਕਾਟ ਕੀਤਾ ਸੀਗਾ, ਮੈਦਾਨ 'ਚ ਕੋਈ ਆ ਕੇ ਰਾਜੀ ਨਹੀਂ ਸੀਗਾ। ਅਟਲ ਬਿਹਾਰੀ ਵਾਜਪੇਈ ਨੇ ਕਿਹਾ ਸੀ 13 ਸੀਟਾਂ ਔਰ 117 ਵਿਧਾਨ ਸਭਾ ਦੀ ਚੁਣਾਵ ਬੀਜੇਪੀ ਨੇ ਲੜਨਾ ਹੈ, ਅਸੀਂ ਪ੍ਰਜਾਤੰਤਰ ਵਾਸਤੇ ਲੜਨਾ ਹੈ, ਬਾਈਕਾਟ ਨਹੀਂ ਕਰਨਾ, ਗਲਤ ਸੰਦੇਸ਼ ਨਹੀਂ ਦੇਣਾ। ਔਰ 13 ਦੀ 13 ਸੀਟਾਂ ਪਾਰਲੀਮੈਂਟ ਲੜੇ ਸੀਗੇ। ਜਦੋਂ 23 24 ਕੈਂਡੀਡੇਟ ਮਾਰੇ ਗਏ ਸੀ ਬੰਦੂਕਾਂ ਨਾਲ। ਅੱਜ ਤਾਂ ਕੋਈ ਬੰਦੂਕ ਨਾਲ ਤਾਂ ਨਹੀਂ ਮਾਰਦਾ, ਜ਼ਿਆਦਾ ਤੋਂ ਜ਼ਿਆਦਾ ਗੱਡੀ ਦੇ ਸੀਸੇ, ਕੋਈ ਕੱਪੜੇ, ਕੋਈ ਮੁਰਦਾਬਾਦ, ਇਹੀ ਕਰੂਗਾ। ਇਸ ਤੋਂ ਜ਼ਿਆਦਾ ਤਾਂ ਗੋਲੀ ਤਾਂ ਨਹੀਂ ਮਾਰਦਾ ਨਾ ਕੋਈ। ਉਸ ਟਾਈਮ ਗੋਲੀ ਮਾਰਦੇ ਹੁੰਦੇ ਸੀ, ਬੰਬ ਲਾ ਦਿੰਦੇ ਸੀਗੇ। ਫਿਰੋਜ਼ਪੁਰ ਤੋਂ ਮੈਂ ਲੜਿਆ ਸੀ, 13 ਦੀ 13 ਸੀਟਾਂ ਸੀ, ਭਾਰਤੀ ਜਨਤਾ ਪਾਰਟੀ ਪੰਜਾਬ 'ਚ ਲੜੀ ਸੀ, 117 ਦੀ ਸਾਰਾ ਲੜੀ ਸੀ, ਤੇ ਵੋਟਾਂ ਨਾ ਮਿਲੀਆਂ। ਉਹ ਵੋਟ ਦੇਣੀ ਲੋਕਾਂ ਦਾ ਕੰਮ ਹੈ, ਲੋਕ ਵੋਟ ਦੇਣ ਨਾ ਦੇਣ, ਪਰ ਅਟਲ ਬਿਹਾਰੀ ਭਾਰਤੀ ਜਨਤਾ ਪਾਰਟੀ ਵੋਟ ਦੀ ਰਾਜਨੀਤੀ ਨਹੀਂ ਕਰਦੀ, ਦੇਸ਼ ਹਿੱਤ ਦੀ ਰਾਜਨੀਤੀ ਕਰਦੀ ਹੈ। ਇਸ ਕਰਕੇ ਅਸੀਂ ਲੜੇ ਸੀਗੇ, ਕਿਸੇ ਨੂੰ ਵਹਿਮ ਨਹੀਂ ਹੋਣਾ ਚਾਹੀਦਾ ਹੈ। ਯਾਨੀ ਸਾਹਿਬ ਆਪਾਂ ਗੱਲ ਕਰ ਲਈਏ ਤਾਂ ਇੱਕ ਹੋਰ ਗੱਲ ਹੈ ਕਿ 22 ਵਿਧਾਨ ਸਭਾ ਚੋਣਾਂ ਨਜ਼ਦੀਕ ਨੇ, ਤਾਂ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਪਿਛਲਾ 1 ਸਾਲ ਦੇ ਕਰੀਬ ਹੋ ਗਿਆ, 700 ਤੋਂ ਵੱਧ ਇੱਥੇ ਕਿਸਾਨ ਸ਼ਹੀਦ ਹੋਇਆ, ਉਹਦਾ ਕੋਈ ਛੇਤੀ ਮਸਲਾ ਹੱਲ ਹੋਊਗਾ ਜਾਂ ਹੋਰ ਇਹਨੂੰ ਇਸ ਤਰ੍ਹਾਂ ਹੀ ਲਮਕਾਇਆ ਜਾਊਗਾ? ਪੱਤਰਕਾਰ ਸਾਹਿਬ ਮੈਨੂੰ ਦੱਸਦੇ ਸ਼ਹੀਦ ਕਿਹਨੂੰ ਕਹਿੰਦੇ ਆ? ਕੀ ਉੱਥੇ ਸੁਣਿਆ ਨਹੀਂ? ਗਲਤ ਗੱਲ ਨਾ ਕਰੋ, ਤੂੰ ਮੈਨੂੰ ਦੱਸ ਦੇ। ਤੂੰ ਸ਼ਹੀਦ, ਤੁਸੀਂ ਸ਼ਹੀਦ ਕਿਸਾਨ ਸ਼ਹੀਦ ਹੋ ਗਏ। ਉਹ ਜਿੱਥੇ ਜਿਹੜੇ ਸ਼ਹੀਦਾਂ ਦੇ ਨਾਂ ਲੈਂਦੇ ਨਾ, ਉਹ ਸਾਡੇ ਹੀ ਹੈ, ਬੇਗਾਨੇ ਨਹੀਂ ਹੈ, ਸਾਡੇ ਹੈ। ਮੇਰੇ ਇਲਾਕੇ ਦੇ ਵੀ ਸੀ, ਸਾਡੇ ਵੋਟਰ ਵੀ ਕੁਛ ਸੀ, ਸਾਡੇ ਹੀ ਬੰਦੇ। ਮਤਲਬ ਪੂਰਾ ਪੰਜਾਬ ਹੈ ਤਾਂ ਠੀਕ ਹੈ, ਸਾਡੇ ਹੀ ਨੇ। ਤੁਸੀਂ ਵੀ ਸਾਡੇ ਹੋ, ਮੈਂ ਤੁਹਾਡਾ। ਕੋਈ ਆਪਣੇ ਤੇ ਕੋਈ ਦੋ ਬਾਤ ਨਹੀਂ ਹੈ, ਪਰ ਤੁਸੀਂ ਇੱਕ ਸ਼ਹੀਦ ਕਰਕੇ ਇੱਕ ਸਾਨੂਭੂਤੀ ਲੈਂਦੇ ਹੋ। ਕੀ ਸੁਣੋ, ਕੀ ਚੀਜ਼ ਹੈ ਸ਼ਹੀਦ ਵਾਲੀ? ਮੈਨੂੰ ਦੱਸੋ, ਕੀ ਗੋਲੀ ਚੱਲੀ ਉੱਥੇ? ਕੀ ਡੰਡੇ ਮਾਰੇ ਗਏ? ਕੀ ਉੱਥੇ ਕੀ ਚੀਜ਼ ਹੈ ਜੀ? ਕੋਈ ਗੰਦੀ ਗੈਸ ਛੱਡੀ ਗਈ? ਤੂੰ ਮੈਨੂੰ ਦੱਸ ਦੇ ਕਿਵੇਂ ਡੈਥ ਹੋਈ ਹੈ, ਤੂੰ ਦੱਸ ਦੇ ਕਿਵੇਂ ਡੈਥ ਹੋਈ ਹੈ। ਜੋ ਉੱਥੇ ਆਪਣੇ ਹੱਕਾਂ ਦੇ ਲਈ ਬੈਠੇ ਨੇ, ਜੇ ਸਰਕਾਰਾਂ ਇਹ ਲਾਈ ਨਾ ਕਰਦੀਆਂ ਜੀ, ਉਹ ਕਿਸਾਨਾਂ ਨੇ ਜਾਣੇ ਨਹੀਂ ਸੀਗਾ ਉੱਥੇ ਜੀ। ਮੈਨੂੰ ਦੱਸ, ਡੈਥ ਹੋ ਕਾਜ ਕੀ ਸੀ? ਕਾਰਨ ਜੈਨੀ ਸਾਹਿਬ, ਕੀ ਸੀ? ਜੈਨੀ ਸਾਹਿਬ ਮੈਂ ਤੁਹਾਡੇ ਵਿੱਚ ਰੋਕਦਾ, ਮਾਫ ਕਰਿਓ। ਕਿਸਾਨ ਉੱਥੇ ਬੈਠੇ ਨੇ, ਸਰਕਾਰਾਂ ਨੇ ਕਾਨੂੰਨ ਬਣਾਏ, ਤਾਂ ਉੱਥੇ ਕਿਸਾਨ ਗਏ ਨੇ, ਆਪਦੇ ਹੱਕਾਂ ਦੇ ਲਈ ਬੈਠੇ ਨੇ, ਆਪਦੇ ਹੱਕਾਂ ਦੀ ਲਈ ਬੈਠੇ ਨੇ, ਲੋਕਾਂ ਦੇ ਹੱਕ ਵੀ ਨੇ, ਤਾਂ ਉਹ ਹੱਕਾਂ ਦੇ ਲਈ ਸ਼ਹੀਦ ਹੁੰਦਾ। ਯਾਰ ਝੂਠ ਮਾਰ ਕੇ ਜਥੇਬੰਦੀਆਂ ਲੈ ਗਈਆਂ ਉੱਥੇ। ਕੌਣ ਅਡਾਣੀ ਅਬਾਣੀ ਜ਼ਮੀਨਾਂ ਲੈ ਜੂ? ਤੁਹਾਡੀ ਅਡਾਣੀ ਅਬਾਣੀ ਜ਼ਮੀਨਾਂ ਲੈਣਗੇ? ਜ਼ਮੀਨਾਂ ਅਡਾਣੀ ਅਬਾਣੀ ਕਿੱਥੋਂ ਜ਼ਮੀਨਾਂ ਲੈ ਜਾਣਗੇ ਸਾਡੀ ਜੀ? ਦੱਸੋ ਮੈਨੂੰ, ਕੌਣ ਲਿਜਾ ਸਕਦਾ ਕਿਸੇ ਜ਼ਮੀਨ? ਕਾਨੂੰਨ ਪਹਿਲਾਂ ਪੜ੍ਹ ਲਓ। ਕੋਈ ਕਾਨੂੰਨ ਨਹੀਂ ਪੜ੍ਹਦਾ। ਵਿਰੋਧੀ, ਮੋਦੀ ਵਿਰੋਧੀ ਜਿੰਨੇ ਵੀ ਹੈ ਨਾ, ਕਾਲੇ ਕੀ ਹੈ ਕਾਲਾ? ਮੈਂ ਜ਼ਿਮੀਦਾਰ ਹਾਂ, ਮੈਂ ਨਿਰੋਲ ਜੀ ਕਿਸਾਨ ਹਾਂ, ਨਿਰੋਲ। ਮੇਰੇ ਕੋਈ ਕਾਰਖਾਨਾ, ਫੈਕਟਰੀ, ਸੈਲਰ ਕੁਛ ਨਹੀਂ ਹੈ। ਅੱਜ ਕੱਲ੍ਹ ਲੋਕੀ ਲੈ ਜਾਣ, ਜਾਓ, ਮੈਂ ਵਾਅਦਾ ਕਰਦਾ। ਜੱਦੀ ਜਦਾਦ ਜ਼ਮੀਨ ਹੈ ਮੇਰੇ ਕੋਲੇ, ਮੈਂ ਜ਼ਮੀਨ ਬੰਦਾ। ਮੈਂ ਕਹਿੰਦਾ ਇਹ ਕਾਨੂੰਨ 30 ਸਾਲ ਪਹਿਲੇ ਆਉਣੇ ਚਾਹੀਦੇ ਸੀ। ਸਾਨੂੰ ਮਰਜ਼ੀ ਉੱਥੇ ਸੀ, ਸਾਡੀ ਮਰਜ਼ੀ ਹੈ। ਸਾਨੂੰ ਇੱਕ ਸੁਵਿਧਾ ਦਿੱਤੀ ਹੈ, ਕਾਨੂੰਨ ਨਹੀਂ ਹੈ, ਸੁਵਿਧਾ ਦਿੱਤੀ ਹੈ ਵੀ ਆਹ ਸੁਵਿਧਾ ਅਪਣਾਓ। ਤੁਹਾਡੀ ਮਰਜ਼ੀ ਹੈ, ਕਰੋ ਨਾ ਕਰੋ, ਇਹਦੇ ਵਿੱਚ ਕਿਹੜੀ ਗੱਲ ਹੈ? ਸਾਨੂੰ ਫੋਰਸਲੀ ਹੋਵੇ ਨਾ,
ਕੋਈ ਕਾਲਾ ਕਾਨੂੰਨ ਨਹੀਂ ਹੈ, ਗੱਲ ਕੋਈ ਹੋਰ ਹੈ। ਉੱਥੇ ਭੋਲੇ ਭਾਲੇ ਲੋਕਾਂ ਨੂੰ ਬੁਲਾ ਕੇ ਲੈ ਗਏ, ਫਿਰ ਇਹ ਗੱਲ ਕਹਿੰਦੇ ਵੀ ਉੱਥੇ 600 ਸ਼ਹੀਦ ਹੋ ਗਏ। ਬਈ ਉੱਥੇ ਜਿਹੜੇ ਗਏ ਵਿਚਾਰੇ, ਇਹ ਉੱਥੇ ਮੋਦੀ ਸਾਹਿਬ ਨੇ ਹੱਥ ਜੋੜ ਕੇ ਕਿਹਾ ਸੀਗਾ ਕਿ ਬਜ਼ੁਰਗ ਬਿਮਾਰ ਮਾਤਾ ਭੈਣਾਂ ਨੂੰ ਇੱਥੇ ਨਾ ਰੱਖੋ, ਇਹਨੂੰ ਭੇਜ ਦਿਓ, ਤੁਸੀਂ ਬੈਠੇ ਹੋ ਠੀਕ ਹੈ। ਮੀਡੀਆ ਰਾਹੀਂ ਗੱਲ ਜਾਂਦੀ ਹੈ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਸੀ, ਇਹ ਗੱਲ ਨਹੀਂ ਮੰਨੇ। ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ 600-700 ਤਾਂ ਸ਼ਹੀਦ ਹੋ ਗਏ। ਔਰ ਜਿਹੜੇ 32-36 ਕਿਸਾਨ ਜਥੇਬੰਦੀਆਂ ਲੀਡਰ ਗਏ ਸੀ, ਇਹਨਾਂ ਦੇ ਕਦੇ ਢਿੱਡ ਪੀੜ ਹੋਇਆ ਹੈਗੇ? ਆਹ ਦੱਸ ਦਿਓ, ਕਦੇ ਕਿਸੇ ਦਾ ਢਿੱਡ ਵੀ ਦੁਖਿਆ ਮੈਨੂੰ ਬਤਾ ਦਿਓ। ਰਾਜੇਵਾਲ ਦਾ ਢਿੱਡ ਦੁਖਿਆ ਕਿ ਕਦੇ? ਦਰਸ਼ਨਪਾਲ ਦਾ ਢਿੱਡ ਦੁਖਿਆ ਕਿ? ਲਾਲ ਚੁੱਟ ਹੋ ਗਿਆ ਉੱਥੇ, ਦੱਸੋ ਮੈਨੂੰ। ਫਿਰ ਇਹਨਾਂ ਨੂੰ ਕਿਉਂ ਨਹੀਂ ਹੋਇਆ ਕੁਛ ਵੀ? ਯਾਨੀ ਫਿਰ ਗਲਤੀ ਤਾਂ ਇਹਨਾਂ ਦੀ ਹੈ ਨਾ ਜੀ। ਜੇ ਉੱਥੇ ਸ਼ਹੀਦ ਹੋਏ ਤਾਂ ਫਿਰ ਇਹਨਾਂ ਨੇ ਉਹਨਾਂ ਨੂੰ ਅੱਛੀ ਤਰ੍ਹਾਂ ਨਹੀਂ ਰੱਖਿਆ। ਲੈ ਤਾਂ ਗਏ ਪਰ ਅੱਛੀ ਤਰ੍ਹਾਂ ਨਹੀਂ ਰੱਖਿਆ ਨਾ, ਇਲਾਜ ਨਹੀਂ ਕਰਾਇਆ ਨਾ ਇਹਨਾਂ ਨੇ। ਪਰ ਜ਼ਿੰਮੇਵਾਰੀ ਤਾਂ ਇਹਨਾਂ ਦੀ ਬਣਦੀ ਹੈ ਨਾ ਫਿਰ, ਕਿ ਸਰਕਾਰ ਨੇ ਹੱਥ ਜੋੜਤੇ ਸੀਗੇ। ਫਿਰ ਐਡੀ ਉੱਥੇ ਕੋਈ ਮਾੜੀ ਗੰਦੀ ਹਵਾ ਜਾਂ ਖਾਣਾ ਗੰਦਾ ਹੁੰਦਾ ਤਾਂ ਇਹ ਫਿਰ 32-36 ਇਹ ਤਾਂ ਹਮ ਪਏ ਸਾਰੇ, ਇਹਨਾਂ ਦਾ ਢਿੱਡ ਵੀ ਪੀੜ ਨਹੀਂ ਹੋਇਆ। ਕਾਰਨ ਯਾਰ ਸਾਨੂਭੂਤੀ ਹਰੇਕ ਚੀਜ਼ ਦੀ ਲੈਣਾ, ਅਡਾਣੀ ਅਡਾਣੀ ਜ਼ਮੀਨ ਲੈ ਜਾਊਗਾ। ਦੇਖੋ ਜੀ ਹਰੇਕ ਜਿਹੜਾ ਬੋਲਦਾ ਸ਼ਹੀਦ ਹੋ ਗਏ ਜੀ ਕਿਸਾਨ, ਯਾਰ ਸ਼ਰਮ ਕਰੋ ਮਾੜੀ ਮੋਟੀ। ਠੀਕ ਹੈ ਅੱਜ ਮੈਂ ਜਿੰਦਾ, ਕੱਲ ਨੂੰ ਮੈਂ ਨਹੀਂ ਹੈਗਾ। ਹਾਂ ਸ਼ਹੀਦ ਕੋਈ ਚਲੋ ਗੋਲੀ ਚੱਲ ਜਾਂਦੀ, ਡਾਂਗਾ ਸੋਟਾ ਹੋ ਜਾਵੇ, ਕੁਛ ਅਗਜ ਨਹੀਂ ਹੋ ਜਾਵੇ, ਮੰਨੀ ਗੱਲ। ਯਾਰ ਕੋਈ ਬਿਮਾਰ ਹੈ, ਬਿਮਾਰ ਬੰਦੇ ਦਾ ਕੀ ਹੈ ਦੱਸੋ? ਘਰੇ ਡੈਥ ਨਹੀਂ ਹੋ ਜਾਂਦੀ ਬੰਦੇ ਦੀ? ਬਤਾਓ ਉਹਨੂੰ ਫਿਰ ਤੁਸੀਂ ਘਰੇ ਜਿਹਦੀ ਡੈਥ ਹੋ ਜੇ ਬਿਮਾਰ ਹੋ ਕੇ ਉਹਨੂੰ ਤੁਸੀਂ ਸ਼ਹੀਦ ਕਹੋਗੇ? ਚਲੋ ਠੀਕ ਹੈ, ਉਹ ਗੱਲ ਗਲਤ ਹੈ ਜਿਹੜੀ, ਅੱਛੀ ਗੱਲ ਨਹੀਂ ਹੈ। ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਔਰ ਭਾਈਚਾਰੇ ਦਾ ਸੱਤਿਆਨਾਸ਼, ਭਾਈਚਾਰੇ ਦੇ ਵਿੱਚ ਬੜਾ ਫਰਕ ਪਾਇਆ ਜਾ ਰਿਹਾ ਹੈ। ਇਹ ਕੱਲ੍ਹ ਨੂੰ ਬੜਾ ਕੁਛ ਇਹਦਾ ਨੁਕਸਾਨ ਸਾਡਾ ਜਿਹੜਾ ਹੈ ਸਭ ਨੂੰ, ਮੈਨੂੰ ਇਕੱਲੇ ਨਹੀਂ ਸਭ ਨੂੰ ਭੁਗਤਣਾ ਪੈਣਾ ਹੈ। ਜਿਹੜੇ ਕਰ ਰਹੇ ਨਾ ਨਹੀਂ, ਜਿਹੜੇ ਅੱਗ ਲਾ ਰਹੇ ਹੈ ਉਹ ਸੜਨਗੇ, ਉਹ ਬਚਦਾ ਕੋਈ ਨਹੀਂ। ਫਿਰ ਜਦੋਂ ਅੱਗ ਲੱਗਦੀ ਹੈ ਨਾ ਕੋਈ ਸਾਰੇ ਨਹੀਂ ਬਚਦੇ। ਮੇਰਾ ਤਾਂ ਕਹਿਣਾ ਵੀ ਆਰਾਮ ਨਾਲ ਇਹ ਗੱਲ ਕਰਕੇ ਆਪਦਾ ਮੁਕਾ ਲੈਣ, ਉਹ ਸਰਕਾਰ ਤਿਆਰ ਹੈ ਸਾਰਾ ਕੁਝ ਕਰਨ ਨੂੰ। ਜੈਨੀ ਸਾਹਿਬ ਅੰਤ ਤੇ ਇੱਕੋ ਹੀ ਸਵਾਲ ਹੈ, ਸਰਕਾਰ ਹੁਣ ਤਿਆਰ ਹੈ ਮੀਟਿੰਗ ਦੇ ਲਈ? ਜੇ ਕਿਸਾਨ ਸੱਦਾ ਪੱਤਰ ਦਿੰਦੇ ਆ ਤਾਂ ਕਿਸਾਨ ਦੇ ਜਿਹੜੇ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨੇ ਜਾਂ ਹੋਰ ਕੈਬਨਿਟ ਹੈ ਉਹ ਤਿਆਰ ਹੈ ਮੀਟਿੰਗ ਕਰਨ ਦੇ ਲਈ? ਸਾਰੇ ਤਿਆਰ ਬੈਠੇ ਆ। ਸਰਕਾਰਾਂ ਕਦੀ ਚਾਹੁੰਦੀ ਹੈ ਕਿ ਮੈਨੂੰ ਇੱਕ ਦੱਸੋ ਯਾਰ, ਮੈਨੂੰ ਨਹੀਂ ਸਮਝ ਆਉਂਦੀ ਮੀਡੀਆ ਦੀ ਵੀ। ਦੇਖੋ ਮੀਡੀਆ ਸਹੀ ਨਹੀਂ ਹੈ, ਅਗਰ ਮੀਡੀਆ ਸਹੀ ਹੈ ਔਰ ਸਹੀ ਗੱਲ ਰੱਖੇ ਨਾ ਤਾਂ ਗੱਲ ਬਣ ਜਾਂਦੀ। ਕੋਈ ਵੀ ਸਰਕਾਰ ਚਾਹੁੰਦੀ ਹੈ ਕਿ ਸਾਡੀ ਮੁਰਦਾਬਾਦ ਹੋਵੇ। ਸਰਕਾਰ ਕੋ ਰਾਜ ਤਿਲਕ ਥੋੜ੍ਹਾ ਹੀ ਹੁੰਦਾ ਹੈ। ਮੈਨੂੰ ਪਤਾ ਨਾ, ਮੈਂ 5-6 ਇਲੈਕਸ਼ਨ ਲੜੇ ਹੈ, ਸਾਨੂੰ ਘਰ ਘਰ ਜਾਣਾ ਪੈਂਦਾ ਹੈ। ਛੋਟੀ ਜਿਹੀ ਗਲਤੀ ਉਹਦੇ ਮਾਫੀਆ ਮੰਗਣੀ ਪੈਂਦੀ ਹੈ, ਸਾਨੂੰ ਪੈਰ ਫੜਨੇ ਪੈਂਦੇ ਜਾ ਕੇ ਵੀ ਵੋਟ ਦੇਈ ਬਾਬਾ ਜੀ ਤਾਇਆ ਜੀ। ਔਰ ਅਸੀਂ ਐਸੇ ਕਰਕੇ ਭੱਜੇ ਫਿਰਦੇ ਹਾਂ ਲੋਕਾਂ ਦੇ ਨਾਲ। ਸਾਨੂੰ ਕੋਈ ਚਾਅ ਨਹੀਂ ਹੈ, ਸਾਨੂੰ ਵੀ ਲਾਲਚ ਹੈ। ਲਾਲਚ ਹੈ ਤਾਂ ਵੋਟਾਂ ਦਾ ਹੈ। ਵੋਟ ਦੀ ਮਾਰ ਸਭ ਤੋਂ ਖਤਰਨਾਕ ਮਾਰ ਹੈ। ਜਿਹੜੀ ਪ੍ਰਜਾਤੰਤਰ ਦੇਸ਼ ਦੇ ਵਿੱਚ ਸਾਨੂੰ ਸ਼ਹੀਦਾਂ ਨੇ ਕੁਰਬਾਨੀ ਦੇ ਕੇ ਅਸਦੇ ਫਾਂਸੀ ਯਾਤਨਾਵਾਂ ਸੇ ਕਿ ਵੋਟ ਦੀ ਤਾਕਤ ਲੈ ਕੇ ਦਿੱਤੀ ਹੈ। ਤੁਸੀਂ ਕਹ ਦਿਆ ਤੁਹਾਨੂੰ ਅਗਰ ਕੋਈ ਮੋਦੀ ਦੀ ਪਾਲਿਸੀ ਜਾਂ ਕਿਸੇ ਦੀ ਪਾਲਿਸੀ ਨਹੀਂ ਪਸੰਦ ਆਉਂਦੀ ਤਾਂ ਜਦੋਂ ਇਲੈਕਸ਼ਨ ਆ ਜਾਊਗਾ ਬਾਈ ਦਾ ਨਾ ਵੋਟ ਪਾਇਆ ਜੇ, ਜਿਹਨੂੰ ਚੰਗੇ ਲੱਗੇ ਪਾ ਜਾਏਗਾ। ਇਹ ਕਾਨੂੰਨ ਹੈ ਕਹਿੰਦੇ ਕਾਲੇ ਆ ਵਾਪਸ ਕਰੋ। ਘੱਟੋ ਘੱਟ 50-60% 70% ਜਿਹੜੇ ਕਿਸਾਨ ਨੇ ਉਹ ਕਹਿੰਦੇ ਸਾਨੂੰ ਚਾਹੀਦੇ ਆ ਕਾਨੂੰਨ, ਉਹ ਚਾਹੀਦੇ ਆ। ਉਹ ਕਹਿੰਦੇ ਕਾਨੂੰਨ ਅੱਛਾ ਹੈ, ਮਾੜਾ ਕੀ ਹੈ ਇਹਦੇ 'ਚ, ਮਾੜਾ ਕੀ ਹੈ ਇਹਦੇ 'ਚ? ਦਿੱਲੀ ਦੇ ਬਰੂਹਾਂ ਤੇ ਕੌਣ ਬੈਠੇ ਨੇ? ਦਿੱਲੀ ਦੇ ਪੁਲਿਸ ਦੇ ਜਥੇਬੰਦੀਆਂ ਬੈਠੀਆਂ ਔਰ ਬੰਦੇ ਲਿਜਾ ਕੇ ਬੈਠੇ ਨੇ ਜਿਹੜੇ ਮੋਦੀ ਵਿਰੋਧੀ ਬੈਠੇ ਨੇ। ਮੋਦੀ ਵਿਰੋਧੀ ਕਿਸਾਨ ਨੇ। ਮੋਦੀ ਵਿਰੋਧੀ ਜੈਨੀ ਸਾਹਿਬ, ਮੋਦੀ ਵਿਰੋਧੀ ਕੁਛ ਬੰਦੇ ਹੁੰਦੇ ਜੇ, ਲੱਖਾਂ ਕਿਸਾਨ ਉੱਥੇ ਬੈਠੇ ਨੇ, ਸਾਰੇ ਵਿਰੋਧੀ ਥੋੜ੍ਹਾ ਹੋ ਗਿਆ। ਵੀ ਮੋਦੀ ਵਿਰੋਧੀ ਉੱਥੇ ਬੈਠੇ ਨੇ, ਉਹ ਵੀ ਪੂਰੇ ਨਹੀਂ ਬੈਠੇ। ਮੋਦੀ ਵਿਰੋਧੀ ਕਿਸਾਨ ਨਹੀਂ ਉੱਥੇ, ਬੀਜੇਪੀ ਵਿਰੋਧ ਕਰਨ ਵਾਲੇ, ਮੋਦੀ ਦਾ ਵਿਰੋਧ ਕਰਨ ਵਾਲੇ ਬੈਠੇ ਉੱਥੇ, ਹੋਰ ਕੋਈ ਨਹੀਂ ਹੈ, ਕੁਛ ਵੀ ਨਹੀਂ ਹੈ। ਪਰ ਜਿਹੜਾ ਪਿੰਡਾਂ 'ਚ ਵਿਰੋਧ ਹੋ ਰਿਹਾ ਫਿਰ ਉਹਨੂੰ ਕਿਸ ਤਰ੍ਹਾਂ ਦੇਖੀਏ? ਦੇਖੋ ਵਿਰੋਧ ਪਿੰਡਾਂ 'ਚ ਕਾਹਦਾ ਵਿਰੋਧ ਹੈ? ਪਿੰਡਾਂ 'ਚ ਇੱਕ ਪਿੰਡ ਦੇ ਵਿੱਚ 5 ਸ਼ਰਾਰਤੀ ਹੁੰਦੇ ਨੇ, ਉਹ ਸਾਰੇ ਪਿੰਡ ਨੂੰ ਅੱਗੇ ਲਾਈ ਰੱਖਦੇ ਨੇ। ਕਿਹੜਾ ਸਾਰੇ ਕਿਹੜੇ ਵਿਰੋਧ ਹੁੰਦਾ? ਸਾਰੀ ਥਾਂ 'ਤੇ ਕੋਈ ਵਿਰੋਧ। ਦੇਖੋ ਚਲੋ ਬਾਤ ਕੀ ਹੈ ਕਿ ਜਿਹੜੇ ਵਿਰੋਧ ਕਰਨੇ ਉਹਨੂੰ ਸਮਝ ਆਉਣੀ ਚਾਹੀਦੀ ਹੈ। ਸਭ ਤੋਂ ਵੱਡਾ ਜੇ ਅਗਰ ਵਿਰੋਧ ਕਰਦਾ ਤਾਂ ਵੋਟ ਦੀ ਤਾਕਤ ਨਾਲ ਕਰੋ। ਜਦੋਂ ਤੁਸੀਂ ਖੜਾ ਜੋ ਵੋਟ, ਇੱਕ ਵੋਟ ਨਾ ਦਿਓ, ਆਪੇ ਪਤਾ ਲੱਗ ਜਾਂਦਾ ਵੀ ਸਾਡੀ ਗਲਤੀਆਂ ਸੀ। ਅੱਜ ਮੋਦੀ ਜੇ ਤੀਜੀ ਵਾਰੀ ਬਣ ਗਿਆ ਤਾਂ ਫਿਰ ਕੀ ਹੋਊਗਾ? ਦੂਜੀ ਵਾਰੀ ਬਣ ਗਿਆ, ਤੀਜੀ ਵਾਰੀ ਬਣੂਗਾ। ਮਨੋਹਰ ਲਾਲ ਖੱਟਰ ਜਿਹੜਾ ਹੈ, ਜੇ ਚੰਗੇ ਕੰਮ ਨਾ ਹੁੰਦਾ ਦੂਜੀ ਵਾਰੀ ਕੌਣ ਬਣਾਉਂਦਾ ਬਾਈ? ਹੁਣ ਤੀਜੀ ਵਾਰੀ ਫਿਰ ਬਣੂਗਾ, ਦੇਖ ਲਿਆ ਜੀ। ਜੈਨੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਸਨ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜੈਨੀ ਸਾਹਿਬ। ਇਹਨਾਂ ਨਾਲ ਗੱਲਬਾਤ ਕੀਤੀ ਆ ਪੰਜਾਬ ਦੇ ਸਿਆਸੀ ਸਮੀਕਰਨਾਂ ਬਾਰੇ, ਜੋ ਖੀਰੀ ਦੇ ਵਿੱਚ ਹੋਇਆ, ਲਖੀਮੀਪੁਰ ਦੇ ਵਿੱਚ ਹੋਇਆ, ਉਹਦੇ ਬਾਰੇ ਗੱਲਬਾਤ ਕੀਤੀ ਹੈ। ਇਹਨਾਂ ਦਾ ਇਹੀ ਕਹਿਣਾ ਕਿ ਜੋ ਕਿਸਾਨ ਡਟੇ ਹੋਏ ਨੇ ਉਹ ਨਿੰਦਾ ਕਰਦੇ ਨੇ, ਜੋ ਲਖੀਮਪੁਰ ਖੀਰੀ ਦੇ ਵਿੱਚ ਹੋਇਆ ਉਹਨਾਂ ਦੀ ਵੀ ਨਿੰਦਾ ਕਰਦੇ ਨੇ, ਬੇਹੱਦ ਨਿੰਦਣਯੋਗ ਆ। ਪਰ ਵੱਡੇ ਸਵਾਲ ਇਹ ਨੇ ਕਿ ਇਹ ਹੋ ਕਿਉਂ ਰਿਹਾ? ਵੱਡੇ ਸਵਾਲ ਇਹ ਨੇ ਕਿਉਂ ਹੋ ਰਿਹਾ? ਸਰਕਾਰਾਂ ਦੀ ਕਿਉਂ ਹੋ ਰਿਹਾ? ਜਦੋਂ ਕਿਸਾਨਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਹੀ ਨਹੀਂ ਤਾਂ ਕਿਉਂ ਪਰੋਸੀਆਂ ਜਾ ਰਹੀਆਂ? ਤਾਂ ਇੱਕ ਵੱਡੇ ਸਵਾਲ ਨੇ
ਕਿ ਇਹ ਜੈਨੀ ਸਾਹਮਣੇ ਗੱਲ ਕਹੀ ਹੈ ਕਿ ਜੋ ਲੋਕ ਵਿਰੋਧ ਕਰਦੇ ਨੇ ਉਹ ਵੋਟ ਵਿਰੋਧ ਕਰਨ, ਨਹੀਂ ਵੋਟ ਪਾਉਣੀ ਨਾ ਪਾਉਣ, ਪਰ ਜੋ ਕਿਸਾਨ ਨੇ ਉਹ ਆਪਦੇ ਹੱਕਾਂ ਦੇ ਲਈ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ। ਤਾਂ ਇਹਦੇ ਅੱਗੇ ਜਾ ਕੇ ਨਤੀਜੇ ਦੇਖਣੇ ਕਿ ਅਸਲ ਦੇ ਵਿੱਚ ਨਿਕਲਦਾ ਕੀ ਹੈ। ਤਾਂ ਫਿਰ ਅਸੀਂ ਕਿਸੇ ਹਲਕੇ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਆਪਣੇ ਦੋਸਤ ਸਿਮਰਜੀਤ ਸਧਾਣਾ ਨੂੰ ਦਿਓ ਇਜਾਜ਼ਤ। ਕੈਮਰਾਮੈਨ ਸੰਦੀਪ ਸ਼ਰਮਾ ਦੇ ਨਾਲ ਧੰਨਵਾਦ। ਜੁੜੇ ਰਹੋ ਜ਼ਿੰਦਾਬਾਦ ਚੈਨਲ ਦੇ ਨਾਲ।